16 ਲੱਖ ਲੋਕ ਇੰਡੀਆ ਦੀ ਸਿਟੀਜ਼ਨਸ਼ਿਪ ਛੱਡ ਚੁੱਕੇ ਨੇ, ਯਾਨੀ ਕਿ ਉਹਨਾਂ ਨੇ ਇੰਡੀਆ ਦੀ ਨਾਗਰਿਕਤਾ ਨੂੰ ਤਿਆਗ ਦਿੱਤਾ। ਤੁਸੀਂ ਦੇਸ਼ ਨੂੰ ਦਿੱਤਾ ਕੀ? ਵਿਕਾਸ ਕੀਤਾ ਤੁਸੀਂ ਆਪਣਾ, ਜਨਤਾ ਦਾ ਕੋਈ ਵਿਕਾਸ ਨਹੀਂ ਹੋਇਆ। ਜੇ ਜਨਤਾ ਦਾ ਵਿਕਾਸ ਹੋਇਆ ਹੁੰਦਾ ਤੇ ਜਨਤਾ ਅੱਜ 81 ਕਰੋੜ ਜਨਤਾ ਜਿਹੜੀ ਉਹ ਗਰੀਬ ਨਾ ਹੁੰਦੀ। ਲੀਡਰਾਂ ਨੇ ਆਪ ਸਾਰੀਆਂ ਸੁਵਿਧਾਵਾਂ ਵੀ ਲੈਣੀਆਂ, 20-20 25-25 ਗਨਮੈਨ ਵੀ ਲੈਣੇ ਆ, ਇਹਨਾਂ ਨੂੰ ਪੈਨਸ਼ਨਾਂ ਵੀ ਚਾਹੀਦੀਆਂ, ਇਹਨਾਂ ਨੂੰ ਹਵਾਈ ਯਾਤਰਾਵਾਂ ਵੀ ਚਾਹੀਦੀਆਂ, ਇਹਨਾਂ ਨੂੰ ਰੇਲ ਯਾਤਰਾਵਾਂ ਵੀ ਚਾਹੀਦੀਆਂ, ਇਹਨਾਂ ਨੂੰ ਆਪਣੇ ਪਰਿਵਾਰ ਵਾਸਤੇ ਵੀ ਸਭ ਕੁਝ ਚਾਹੀਦਾ। ਸਿਰਫ ਨਜ਼ਰ ਜਿਹੜੀ ਹੈ ਨਾ ਉਹ ਕੁਰਸੀ ਤੇ ਹੁੰਦੀ ਹੈ ਕਿ ਅਸੀਂ ਵੋਟਾਂ ਲਈਏ, ਜਿੱਤੀਏ, ਰਾਜ ਕਰੀਏ, ਤੇ ਹੂਟਰ ਮਾਰਦੇ, ਟੂੰ ਕਰਦੇ, ਉਧਰ ਕਦੀ ਉੱਥੇ ਰੀਬਨ ਕੱਟਿਆ ਤੇ ਕਦੀ ਉੱਥੇ ਹਾਰ ਪਵਾਏ। ਹਾਲ ਤੁਹਾਨੂੰ ਮੈਂ ਸੁਣਾ ਰਿਹਾ ਵੀ ਕੀ ਹਾਲ ਨੇ ਇਹਨਾਂ ਦੇ ਜੀ। ਬਜਟ ਸੈਸ਼ਨ ਹੈ, ਉਹਨਾਂ ਨੇ ਬਜਟ ਪੇਸ਼ ਕੀਤਾ ਤੇ ਉਹਨਾਂ ਨੇ ਪੁਰਾਣਾ ਬਜਟ ਹੀ ਪੜ੍ਹ ਦਿੱਤਾ। ਅੱਜ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਲੱਗਾ, 8 ਮਿੰਟ ਆਪਣੇ ਭਾਸ਼ਣ ਦਿੰਦਾ ਰਿਹਾ ਵੀ ਮੈਂ ਪੁਰਾਣਾ ਬਜਟ ਪੜ੍ਹ ਰਿਹਾ। ਮਤਲਬ ਤੁਹਾਨੂੰ ਛੂਟ ਦੇ ਦਿੱਤੀ ਹੈ ਵੀ ਲੁੱਟੋ, ਰੱਜ ਕੇ ਲੁੱਟੋ ਤੇ ਜੋ ਮਰਜ਼ੀ ਕਰੋ, ਵੀ ਤੁਹਾਨੂੰ ਕੋਈ ਪੁੱਛੇ ਨਾ, ਵੀ ਇਹ ਤੇ ਧਰਤੀ ਦੇ ਭਗਵਾਨ ਬਣ ਕੇ ਬਹਿ ਗਏ ਤੁਸੀਂ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਇੰਦਰਜੀਤ ਪ੍ਰਿੰਸ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਕੱਲ੍ਹ ਰਾਜ ਸਭਾ ਦੇ ਵਿੱਚ ਕੇਂਦਰੀ ਵਿਦੇਸ਼ ਮੰਤਰੀ ਉਹਨਾਂ ਨੇ ਇੱਕ ਬੜੇ ਚੁਕਾਉਣ ਵਾਲੇ ਅੰਕੜੇ ਜਿਹੜੇ ਪੇਸ਼ ਕੀਤੇ ਨੇ ਉਹਦੇ ਵਿੱਚ, ਅਤੇ ਇਹਦੇ ਨਾਲ ਹੀ ਜਿਹੜੇ ਐਜੂਕੇਸ਼ਨ ਦੇ ਬਾਰੇ ਵੀ ਇੱਕ ਹੈਰਾਨੀਜਨਕ ਅੰਕੜੇ ਪੇਸ਼ ਕੀਤੇ ਨੇ ਉਹਨਾਂ ਨੇ। ਅੱਛਾ, ਦੇਖੋ, ਪਹਿਲੇ ਤਾਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਕੱਲ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ, ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਹੈ ਕਿ 2011 ਤੋਂ ਲੈ ਕੇ ਹੁਣ ਤੱਕ 16 ਲੱਖ ਲੋਕ ਇੰਡੀਆ ਦੀ ਸਿਟੀਜ਼ਨਸ਼ਿਪ ਛੱਡ ਚੁੱਕੇ ਨੇ, ਯਾਨੀ ਕਿ ਉਹਨਾਂ ਨੇ ਇੰਡੀਆ ਦੀ ਨਾਗਰਿਕਤਾ ਨੂੰ ਤਿਆਗ ਦਿੱਤਾ ਹੈ। ਇਹ ਬਹੁਤ ਹੈਰਾਨੀਜਨਕ ਗੱਲ ਹੈ ਵੀ ਆਖਿਰਕਾਰ ਕਿਉਂ ਲੋਕ ਇੰਡੀਆ 'ਚ ਰਹਿਣਾ ਨਹੀਂ ਚਾਹੁੰਦੇ, ਜਦ ਕਿ ਅਸੀਂ ਕਹਿੰਦੇ ਹਾਂ ਵੀ ਇੰਡੀਆ ਵਰਗੀ ਕੋਈ ਜਗ੍ਹਾ ਹੀ ਨਹੀਂ ਹੈ। ਸਾਡੇ ਲੀਡਰ ਤੇ ਇਹ ਆਪਣੀ ਛਾਤੀ ਠੋਕਦੇ ਨਹੀਂ ਥੱਕਦੇ ਵੀ ਇੰਡੀਆ ਸਭ ਤੋਂ ਵਧੀਆ ਹੈ ਤੇ ਇੰਡੀਆ 'ਚ ਮਾਹੌਲ ਵਧੀਆ ਹੈ, ਨਿਵੇਸ਼ ਕਰੋ ਇੱਥੇ। ਪਰ ਤੁਸੀਂ ਦੇਖੋ 16 ਲੱਖ ਬੰਦਾ ਥੋੜਾ ਨਹੀਂ ਹੁੰਦਾ, 16 ਲੱਖ ਪਰਿਵਾਰ ਚਲੇ ਗਏ ਹੈ ਬਾਹਰ ਜੀ। ਵੀ ਇਹ ਉਹ ਲੋਕ ਨੇ ਜਿਹੜੇ ਸੰਪੰਨ ਸੀਗੇ, ਜਿਨ੍ਹਾਂ ਦੇ ਕੋਲ ਇੱਕ क्षमता ਸੀ, ਉਹ 2-2 4-4 500 ਬੰਦੇ ਨੂੰ ਰੋਜ਼ਗਾਰ ਦੇ ਸਕਦੇ, ਉਹ ਚਲੇ ਗਏ ਨੇ। ਤੇ ਕਿਸੇ ਦਾ ਜੀ ਨਹੀਂ ਕਰਦਾ ਵੀ ਆਪਣਾ ਜਿੱਥੇ ਉਹ ਜੰਮਿਆ ਹੋਵੇ ਉਸ ਧਰਤੀ ਨੂੰ ਛੱਡ ਕੇ ਜਾਵੇ। ਕਿਸ ਤਰ੍ਹਾਂ ਆਜ਼ਾਦੀ ਮਿਲੀ ਹੈ ਮੁਲਕ ਨੂੰ, ਕੌਣ ਨਹੀਂ ਜਾਣਦਾ। ਕਿਸ ਤਰ੍ਹਾਂ ਸਾਡੀਆਂ ਜਿਹੜੇ ਸਾਡੇ ਪੂਰਵਜ ਨੇ ਉਹਨਾਂ ਨੇ ਕਿਸ ਤਰ੍ਹਾਂ ਕਿੰਨੇ ਸਾਲ ਗੁਲਾਮੀ, ਸੈਂਕੜੇ ਸਾਲ ਗੁਲਾਮ ਰਹੇ ਤੇ ਹੁਣ ਆਜ਼ਾਦ ਹੋਏ। ਤੇ ਆਜ਼ਾਦ ਭਾਰਤ ਦੀ ਜਿਹੜੀ ਤਸਵੀਰ ਹੈ ਉਹ ਇਹ ਹੈ ਕਿ ਇੱਥੇ ਲੋਕ ਰਹਿਣਾ ਨਹੀਂ ਚਾਹੁੰਦੇ। ਦੂਜੀ ਗੱਲ ਕੀਤੀ ਤੁਸੀਂ ਐਜੂਕੇਸ਼ਨ ਦੀ। ਐਜੂਕੇਸ਼ਨ ਦੇ ਜਿਹੜੇ ਆંકੜੇ ਕੱਲ ਪੇਸ਼ ਕੀਤੇ ਗਏ, ਉਹਨਾਂ ਨੇ ਇਹ ਦੱਸਿਆ 2017 ਤੋਂ ਲੈ ਕੇ 2022 ਤੱਕ ਦੇਸ਼ 'ਚੋਂ 30 ਲੱਖ ਬੱਚਾ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਚਲਾ ਗਿਆ ਹੈ। ਤੁਸੀਂ ਦੇਖੋ, ਇਹਨਾਂ ਦੇ ਵਿੱਚੋਂ ਇਹ ਨਹੀਂ, ਪਹਿਲੀ ਗੱਲ ਤਾਂ ਇਹ ਹੈ ਵੀ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਜਾਣਾ ਕੋਈ ਗਲਤ ਨਹੀਂ ਹੈ। ਦੂਸਰੇ ਅਮਰੀਕਾ 'ਚੋਂ, ਕੈਨੇਡਾ 'ਚੋਂ, ਆਸਟ੍ਰੇਲੀਆ, ਨਿਊਜ਼ੀਲੈਂਡ 'ਚੋਂ ਉੱਥੋਂ ਵੀ ਤਾਂ ਬੱਚੇ ਬਾਹਰ ਜਾਂਦੇ ਪੜ੍ਹਨ ਵਾਸਤੇ। ਪਰ ਇੱਥੋਂ ਦੀ ਸਥਿਤੀ ਜਿਹੜੀ ਖਰਾਬ ਹੈ ਉਹ ਇਸ ਕਰਕੇ ਕਿ ਇੱਥੇ ਲੋਕ, ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਲੋਕ ਆਪਣੇ ਬੱਚਿਆਂ ਨੂੰ ਇੱਥੇ ਰੱਖਣਾ ਹੀ ਨਹੀਂ ਚਾਹੁੰਦੇ ਜੀ। ਕਿਉਂ ਨਹੀਂ ਰੱਖਣਾ ਚਾਹੁੰਦੇ? ਇਸ ਸਮਝ ਤੋਂ ਪਰੇ ਇਹਦੇ ਤੇ ਇੱਕ ਰਿਸਰਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸੀ ਬਣੇ, ਉਹ ਆਪ ਕਹਿੰਦੇ ਸੀਗੇ ਵੀ ਇੱਥੇ ਦੇ ਕਿਉਂਕਿ ਨਸ਼ਾ ਹੈ, ਗੈਂਗਸਟਰਵਾਦ ਹੈ, ਗੁੰਡਾਗਰਦੀ ਹੈ, ਫਿਰੌਤੀਆਂ ਮੰਗਦੇ ਹੈ, ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਗਿਆ, ਹਵਾ ਜ਼ਹਿਰੀਲੀ ਹੋ ਗਈ ਹੈ, ਇੱਥੇ ਲੋਕ ਰਹਿਣਾ ਨਹੀਂ ਚਾਹੁੰਦੇ। ਹੁਣ ਤੁਸੀਂ ਦੇਖੋ ਪਿਛਲੇ 1 ਸਾਲ, ਪਹਿਲੇ ਤੇ 2020-21 'ਚ ਤਾਂ ਕਰੋਨਾ ਰਿਹਾ, ਬੱਚੇ ਬਾਹਰ ਗਏ ਨਹੀਂ, ਸਭ ਕੁਝ ਬੰਦ ਸੀਗਾ। 1 ਸਾਲ ਦੇ ਦੌਰਾਨ ਹੀ ਜਿਹੜੇ ਆંકੜੇ ਪੇਸ਼ ਕੀਤੇ ਗਏ ਹੈ, ਉਹ 7.5 ਲੱਖ ਬੱਚਾ ਜਿਹੜਾ ਹੈ ਉਹ ਇੰਡੀਆ 'ਚੋਂ ਵਿਦੇਸ਼ਾਂ 'ਚ ਪੜ੍ਹਨ ਚਲਾ ਗਿਆ ਹੈ। ਬਹੁਤ ਸਾਰੇ ਬੱਚੇ ਇਹਨਾਂ 'ਚੋਂ ਵਾਪਸ ਨਹੀਂ ਆਉਣਗੇ, ਮੈਨੂੰ ਲੱਗਦਾ ਨਹੀਂ ਹੈ, ਕਿਉਂਕਿ ਜਿਹੜਾ ਇੱਕ ਵਾਰੀ ਬੱਚਾ ਬਾਹਰ ਚਲਾ ਜਾਂਦਾ ਉਹ ਵਾਪਸ ਘੱਟ ਹੀ ਆਉਂਦਾ, ਕਿਉਂਕਿ ਉਹ ਰਮ ਜਾਂਦਾ ਉੱਥੋਂ। ਤੇ ਇੱਕ ਇਹ ਵੀ ਹੈ ਵੀ ਕੀ ਅਸੀਂ 75 ਸਾਲਾਂ ਦੇ ਵਿੱਚ ਚੰਗੀ ਐਜੂਕੇਸ਼ਨ ਨਹੀਂ ਦੇ ਸਕੇ ਜੀ। ਅਸੀਂ ਗੱਲਾਂ ਇਹ ਵੀ ਬੜੀਆਂ ਕਰਦੇ ਹਾਂ ਵੀ ਅਸੀਂ ਯੂਨੀਵਰਸਿਟੀਆਂ ਨਹੀਂ ਬਣਾ ਦਿੱਤੀਆਂ। ਯੂਨੀਵਰਸਿਟੀਆਂ ਬਣਾ ਦਿੱਤੀਆਂ ਤੇ ਕੀ ਉਹਦੇ 'ਚ ਕੋਈ ਅਸਿਸਟੈਂਟ ਪ੍ਰੋਫੈਸਰ, ਲੈਕਚਰਾਰ, ਸਟਾਫ ਭਰਤੀ ਕੀਤਾ? ਅਸੀਂ 1-2 ਦਿਨ ਪਹਿਲੇ ਅੰਮ੍ਰਿਤਸਰ ਮੈਡੀਕਲ ਜਿਹੜਾ ਡੈਂਟਲ ਕਾਲਜ ਹੈ ਸਰਕਾਰੀ, ਸਭ ਤੋਂ ਪੁਰਾਣਾ ਡੈਂਟਲ ਕਾਲਜ ਹੈ, ਉਹਦੀ ਗੱਲ ਕੀਤੀ ਸੀ ਵੀ ਕਿੰਨੀਆਂ ਪੋਸਟਾਂ ਨੇ ਉੱਥੇ। 50 ਪੋਸਟਾਂ 'ਚੋਂ ਸਿਰਫ 8 ਹੀ ਟੀਚਰ ਨੇ। ਤੇ ਉਹ ਕੁਝ ਐਸੇ ਟੀਚਰ ਨੇ, ਬੱਚੇ ਉੱਥੇ ਪੜ੍ਹ ਰਹੇ ਨੇ ਜਿਨ੍ਹਾਂ ਦੇ ਟੀਚਰ ਹੀ, ਮਤਲਬ ਸਬਜੈਕਟ ਐਸੇ ਪੜ੍ਹ ਰਹੇ ਨੇ ਜਿਨ੍ਹਾਂ ਦੇ ਟੀਚਰ ਹੀ ਨਹੀਂ ਹੈਗੇ, ਤੇ ਐਸੇ ਕਈ ਸਬਜੈਕਟ ਨੇ ਜਿਨ੍ਹਾਂ ਦੇ ਟੀਚਰ ਪਟਿਆਲੋਂ ਪੜ੍ਹਾਉਣੇ ਆਉਂਦੇ ਨੇ ਉਹਨਾਂ ਨੂੰ, ਬੱਚਿਆਂ ਨੂੰ। ਮਤਲਬ ਕੁੱਲ ਮਿਲਾ ਕੇ ਇਹ ਗੱਲ ਹੈ ਕਿ ਸਾਡੇ ਲੀਡਰ ਗੱਲਾਂ ਤੇ ਬਹੁਤ ਕਰਦੇ ਆ ਵੀ ਅਸੀਂ ਦੇਖੋ ਨਾ, ਹੁਣ ਤੁਸੀਂ ਅਡਾਨੀ ਨੂੰ ਲੈ ਕੇ ਰੌਲਾ ਪਿਆ ਸੀਗਾ, ਦੋਵੇਂ ਕਿ ਮੈਨੇ ਲੱਗੇ ਆ। ਮੈਂ ਦੋਨਾਂ ਦੀ ਗੱਲ ਕਰ ਰਿਹਾ, ਵਿਪਕਸ਼ ਦੀ ਵੀ ਤੇ ਸੱਤਾ ਪਕਸ਼ ਦੀ ਵੀ ਜੀ। ਵੀ ਨੁਕਸਾਨ ਕਿਹਦਾ ਹੋਇਆ? ਅਲਟੀਮੇਟਲੀ ਨੁਕਸਾਨ ਤਾਂ ਦੇਸ਼ ਦਾ ਹੋਇਆ ਨਾ। ਵੀ ਜਿਹੜੀ ਤੁਸੀਂ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਬੈਠ ਕੇ ਤੁਸੀਂ ਲੋਕਾਂ ਦੀ ਗੱਲ ਕਰਨੀ ਸੀ,
140 ਕਰੋੜ ਲੋਕਾਂ ਦੀ ਤੁਸੀਂ ਗੱਲ ਕਰਨੀ ਸੀ ਵੀ ਇਹਨਾਂ ਦਾ ਦੇਸ਼, ਇਹਨਾਂ ਦਾ ਜਿਹੜਾ ਭਵਿੱਖ ਜਿਹੜਾ ਉਹ ਕਿੱਦਾਂ ਉਜਵਲ ਹੋ ਸਕਦਾ ਹੈ। ਪਰ ਤੁਸੀਂ ਲੱਗੇ ਕਿਉਂ ਹੋਏ ਹੋ? ਕੋਈ ਕਹਿੰਦਾ ਵੀ ਤੁਹਾਡਾ ਵਾਡਰਾ ਨੇ ਖਾ ਗਿਆ, ਕੋਈ ਕਹਿੰਦਾ ਅਡਾਨੀ ਸੇ ਪੀਐਮ ਦਾ ਰਿਸ਼ਤਾ ਕਿਆ ਹੈ। ਮਤਲਬ ਇਹਨਾਂ ਚੀਜ਼ਾਂ ਤੋਂ ਲੋਕਾਂ ਨੇ ਕੁਝ ਲੈਣਾ ਨਹੀਂ ਹੈ ਵੀ ਤੁਸੀਂ ਇੱਕ ਉਸ ਮੁਲਕ ਦਾ ਬਣੂਗਾ ਕੀ ਜਿਹੜਾ ਇੱਕ ਵਾਰੀ ਇਲੈਕਸ਼ਨ ਜਿੱਤ ਕੇ ਲੀਡਰ ਉਹਨੂੰ ਆਪਣੇ ਅਗਲੇ ਇਲੈਕਸ਼ਨ ਜਿੱਤਣ ਦੀ ਪੈ ਜਾਂਦੀ ਹੈ ਵੀ ਅਸੀਂ ਅਗਲਾ ਇਲੈਕਸ਼ਨ ਕਿਤਨਾ ਜਿੱਤਾਂਗੇ। ਹਰ ਵਾਰ ਤੁਸੀਂ ਦੇਖੋ ਨਾ, ਅਜੇ ਹੁਣ 10 ਜੇ 9 ਸਟੇਟਾਂ 'ਚ ਵਿਧਾਨ ਸਭਾ ਜੇ ਚੁਣਾਵ ਹੋਣੇ ਤੇ ਉਸ ਤੋਂ ਬਾਅਦ ਚੁਣਾਵ ਹੋਣੇ ਉੱਥੇ ਲੋਕ ਸਭਾ ਦੇ 2024 'ਚ। ਤੇ ਇਸ ਕਰਕੇ ਵੀ ਜਿਹੜਾ ਜੋ ਹਾਲਾਤ ਹੈ, ਕਿਸੇ ਮਾਪਿਓ ਦਾ ਜੀ ਨਹੀਂ ਕਰਦਾ, ਮੇਰਾ ਜੀ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਭੇਜਾਂ। ਉਹ ਜਦੋਂ ਮੈਨੂੰ ਲੱਗਦਾ ਵੀ ਇੱਥੇ ਦੇਖੋ ਤੁਸੀਂ ਕਿਹੜਾ ਦਿਨ ਖਾਲੀ ਜਾਂਦਾ ਇੱਥੇ ਵੀ ਜਿਸ ਦਿਨ ਕੋਈ ਸੜਕ ਦੁਰਘਟਨਾ 'ਚ ਕਿਸੇ ਦੀ ਮੌਤ ਨਹੀਂ ਹੁੰਦੀ। ਦੇਖੋ ਉਹ ਕਿਸੇ ਦਾ ਬੱਚਾ ਮਰ ਰਿਹਾ, ਕਿਸੇ ਦਾ ਪਿਓ ਮਰ ਰਿਹਾ, ਕਿਸੇ ਦਾ ਭਰਾ ਮਰ ਰਿਹਾ, ਕਿਸੇ ਦਾ ਘਰ ਵਾਲਾ ਮਰ ਰਿਹਾ, ਕਿਸੇ ਦੀ ਮਾਂ ਮਰ ਰਹੀ, ਕਿਸੇ ਦੀ ਭੈਣ ਮਰ ਰਹੀ, ਕਿਸੇ ਦੀ ਬੇਟੀ ਮਰ ਰਹੀ ਹੈ, ਕਿਸੇ ਦੀ ਧੀ ਮਰ ਰਹੀ ਹੈ, ਕਿਸੇ ਦੀ ਨੂੰਹ ਮਰ ਰਹੀ ਹੈ। ਮਤਲਬ ਇਹ ਕਿ ਕੋਈ ਧਿਆਨ ਹੀ ਨਹੀਂ ਇੱਧਰ ਇਹਨਾਂ ਨੂੰ ਵੀ ਅੰਦਰ ਲੜਨ ਦਾ ਹੈ। ਜਿਵੇਂ ਮੈਂ ਉਹ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਦਾ ਵੀ ਕਿਸ ਤਰ੍ਹਾਂ ਇਹ ਲੜ ਰਹੇ ਨੇ ਅੰਦਰ। ਤੁਸੀਂ ਦੇਸ਼ ਨੂੰ ਦਿੱਤਾ ਕੀ? ਵਿਕਾਸ ਕੀਤਾ ਤੁਸੀਂ ਆਪਣਾ, ਜਨਤਾ ਦਾ ਕੋਈ ਵਿਕਾਸ ਨਹੀਂ ਹੋਇਆ। ਜੇ ਜਨਤਾ ਦਾ ਵਿਕਾਸ ਹੋਇਆ ਹੁੰਦਾ ਤੇ ਜਨਤਾ ਅੱਜ 81 ਕਰੋੜ ਜਨਤਾ ਜਿਹੜੀ ਉਹ ਗਰੀਬ ਨਾ ਹੁੰਦੀ। ਹੁਣ ਤੁਸੀਂ ਦੇਖੋ ਕੋਈ ਪਿੰਡ, ਕੋਈ ਮਹੱਲਾ ਐਸਾ ਨਹੀਂ ਹੈ ਜਿੱਥੇ ਬੱਚਾ ਜਿੱਥੋਂ ਬਾਹਰ ਨਹੀਂ ਗਿਆ। ਤੇ ਸਭ ਤੋਂ ਤਰਾਸਦੀ ਵਾਲੀ ਗੱਲ ਹੈ, ਕੁਝ ਤੇ ਉਹ ਲੋਕ ਬੱਚੇ ਆਪਣੇ ਬਾਹਰ ਭੇਜ ਰਹੇ ਜਿਨ੍ਹਾਂ ਕੋਲ ਤੇ ਪੈਸੇ ਹੈ, ਵਾਕਈ ਪੜਨ ਜਾ ਰਹੇ ਹੈ ਬੱਚੇ, ਪੜ ਕੇ ਉਹ ਆਣਗੇ, ਚੰਗਾ ਭਵਿੱਖ ਹੋਏਗਾ। ਤੇ ਸਵਾਲ ਫਿਰ ਉਹੀ ਆ ਜਾਂਦਾ ਹੈ ਵੀ 75 ਸਾਲਾਂ 'ਚ ਅਸੀਂ ਚੰਗੇ ਇੰਸਟੀਚਿਊਟ ਨਹੀਂ ਦੇ ਸਕੇ। ਸਾਡੇ ਜਦ ਕਿ IIT ਦਾ ਕੋਈ ਮੁਕਾਬਲਾ ਨਹੀਂ ਹੈ, ਸਾਡੇ ਏਮਸ ਦਾ ਕੋਈ ਮੁਕਾਬਲਾ ਨਹੀਂ ਹੈ, ਪੜ੍ਹਾਈ ਦਾ ਕੋਈ ਮੁਕਾਬਲਾ ਨਹੀਂ। ਕੌਣ ਨਹੀਂ ਜਾਣਦਾ ਵੀ ਇੱਥੋਂ ਬ੍ਰੇਨ ਵੀ ਡਰੇਨ ਹੋ ਰਿਹਾ, ਪੈਸਾ ਵੀ ਡਰੇਨ ਹੋ ਰਿਹਾ ਹੈ। ਤੇ ਇੰਡੀਅਨ ਬਾਹਰ ਜਾ ਕੇ ਜ਼ਿਆਦਾ ਵਧੀਆ ਪਰਫਾਰਮ ਕਰਦੇ ਨੇ ਤੇ ਜਦੋਂ ਬਾਹਰ ਜਾ ਕੇ ਉਹ ਕਿਸੇ ਪਹੁੰਚ ਜਾਂਦੇ ਨੇ ਕਿਸੇ ਮੁਕਾਮ ਤੇ ਫਿਰ ਇਹ ਰੌਲਾ ਪਾਣਾ ਸ਼ੁਰੂ ਕਰ ਦਿੰਦੇ ਆ ਭਾਰਤੀ ਮੂਲ। ਬਈ ਯਾਰ ਪਹਿਲੇ ਤੁਸੀਂ ਇੱਕ ਸਿਸਟਮ ਇੱਕ ਕਰੋ। ਦੇਖੋ ਤੁਸੀਂ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਥਾਂ ਆਈਲੈਟ ਸੈਂਟਰ ਖੁੱਲੇ ਨੇ, ਰਣਜੀਤ ਐਵਨਿਊ ਹੱਬ ਬਣਿਆ ਪਿਆ। ਬੱਚੇ ਮਾਂ ਪਿਓ ਚਾਹੁੰਦੇ ਵੀ ਸਾਡਾ ਨਿਆਣਾ ਬਾਹਰ ਚਲ ਜਾਏ ਕਿਸੇ ਤਰੀਕੇ। ਵੀ ਹੁਣ ਕੈਨੇਡਾ ਦੇ ਹਾਲਾਤ ਚੰਗੇ ਥੋੜੀ ਹੈ, ਉੱਥੇ ਵੀ ਉੱਥੇ ਹਰ ਜਾਂਦਿਆਂ ਨੂੰ ਕੰਮ ਥੋੜੀ ਮਿਲ ਜਾਂਦਾ। ਬੱਚੇ ਉੱਥੇ ਰੈਸਟੋਰੈਂਟ 'ਚ ਕੰਮ ਕਰਨ ਨੂੰ ਮਜਬੂਰ ਨੇ ਤੇ ਅੱਜ ਕੱਲ ਤਾਂ ਵੈਸੇ ਹੀ ਕੰਮ ਨਹੀਂ ਮਿਲ ਰਿਹਾ ਉੱਥੇ, ਕਿਉਂਕਿ ਠੰਡ ਬਹੁਤ ਹੁੰਦੀ ਹੈ, ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ। ਤੇ ਜਿਹੜਾ ਬੱਚਿਆਂ ਕੋਲ ਪੈਸੇ ਨਹੀਂ ਹੈ, ਪਿੱਛੇ ਵਿਚਾਰਿਆਂ ਨੇ ਜਿਨ੍ਹਾਂ ਦੇ ਮਾਪਿਓ ਨੇ ਕਰਜ਼ੇ ਲੈ ਕੇ ਭੇਜਿਆ, ਉਹਨਾਂ ਦੇ ਹਾਲਾਤ ਖਰਾਬ ਨੇ। ਡਬਲ ਪ੍ਰੈਸ਼ਰ ਹੁੰਦਾ ਬੱਚੇ ਤੇ, ਇੱਕ ਤੇ ਉੱਥੇ ਜਾ ਕੇ ਉਹਨੇ ਪੜ੍ਹਨਾ ਹੈ, ਇੱਕ ਉਹਨੇ ਯਾਰ ਇਹ ਵੀ ਦੇਖਣਾ ਕਿ ਮੇਰੇ ਪਿਓ ਨੇ ਕਰਜ਼ੇ ਲੈ ਕੇ ਪੈਸਾ ਜਿਹੜਾ ਭੇਜਿਆ ਮੈਨੂੰ ਇੱਥੇ ਭੇਜਿਆ ਹੈ, ਮੈਂ ਉਹ ਪੈਸਾ ਲਾਣਾ ਕਿਸ ਤਰ੍ਹਾਂ ਹੈ। ਇਹ ਬਹੁਤ ਜਿਹੜੀ ਹੈ ਸਥਿਤੀ ਜਿਹੜੀ ਖਰਾਬ ਹੈ। ਬਈ ਹੁਣ ਤੇ ਕੁਝ ਉਹ ਲੋਕ ਨੇ ਜਿਹੜੇ ਜ਼ਮੀਨਾਂ ਵੇਚ ਕੇ ਆਪਣੀਆਂ ਕਰਜ਼ ਲੈ ਜਿਹੜੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ। ਇੱਕ ਇਹ ਵੀ ਬੜਾ ਟ੍ਰੈਂਡ ਚੱਲ ਗਿਆ, ਜੇ ਮੇਰਾ ਬੱਚਾ ਬਾਹਰ ਜਾ ਗਿਆ ਤੇ ਮੇਰੇ ਭਰਾ ਨੇ ਕਹਿਣਾ ਵੀ ਮੇਰੇ ਬੱਚੇ ਵੀ ਬਾਹਰ ਜਾਣ। ਮਤਲਬ ਇਸ ਤਰ੍ਹਾਂ ਦਾ ਇੱਕ ਟ੍ਰੈਂਡ ਚੱਲ ਗਿਆ। ਤੇ ਜਿਹੜੀ ਜੇ ਅਸੀਂ ਗੱਲ ਕਰੀਏ 30 ਲੱਖ ਬੱਚਾ, ਇੱਕ ਬੱਚਾ ਆਪਣੇ ਨਾਲ 25 ਤੋਂ 30 ਲੱਖ ਰੁਪਈਆ ਸਾਲ ਦਾ ਨਾਲ ਲੈ ਕੇ ਜਾਂਦਾ। ਉਹ ਇੰਨੀ ਉਹਦੀ ਉੱਥੇ ਹੈ ਫੀਸ, ਉੱਥੇ ਫੀਸ ਦੇਣੀ ਹੈ, ਉੱਥੇ ਰਹਿਣ ਦਾ ਖਰਚਾ ਤੁਸੀਂ ਦੇਖੋ ਨਾ, ਉਹਨਾਂ ਲਈ ਤੇ ਬਹੁਤ ਵਧੀਆ ਹੈ। ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਅਮਰੀਕਾ ਹੈ। ਇੱਕ ਤੇ ਇੰਡੀਅਨ ਦਾ ਬ੍ਰੇਨ ਡਰੇਨ ਹੁੰਦਾ, ਇੱਕ ਇੰਡੀਆ ਦਾ ਪੈਸਾ ਉੱਥੇ ਜਾ ਰਿਹਾ ਵੀ ਉੱਥੇ ਦੇਖੋ ਜੇ ਇੱਕ ਸਾਲ 'ਚ 30 ਲੱਖ ਰੁਪਇਆ ਵੀ ਬੱਚਾ ਬਾਹਰ ਜਾਵੇ, ਤੈਨੂੰ 30 ਲੱਖ ਨਾਲ ਗੁਣਾ ਕਰ ਲਓ ਨਾ, ਤੇ ਮੇਰੇ ਤੇ ਕੈਲਕੂਲੇਟਰ ਤੇ ਉਹ ਸਿਫਰਾਂ ਹੀ ਮੁੱਕ ਗਈਆਂ ਸੀ ਵੀ ਕਿੰਨੀਆਂ ਹੁੰਦੀਆਂ ਉਹ। ਇਸ ਕਰਕੇ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ, ਆਪਣਾ ਲੜਨਾ ਬੰਦ ਕਰੋ, ਦੇਸ਼ ਦੇ ਭਵਿੱਖ ਵਾਸਤੇ ਸੋਚੋ ਵੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਕੇ ਕੀ ਜਾ ਰਹੇ ਹਾਂ। ਉਹ ਨਾ ਹੋਵੇ ਇਹ ਬਜ਼ੁਰਗਾਂ ਦਾ ਦੇਸ਼ ਬਣ ਕੇ ਰਹਿ ਜੇ। ਬਹੁਤ ਸਾਰੇ ਪਿੰਡ ਐਸੇ ਨੇ ਜਿਨ੍ਹਾਂ ਨੂੰ NRI ਦੇ ਨਾਂ ਤੇ ਬੁਲਾਇਆ ਜਾਂਦਾ ਹੈ, ਬਜ਼ੁਰਗ ਹੀ ਬਜ਼ੁਰਗ ਰਹਿ ਗਏ ਨੇ। ਹੁਣ ਕੱਲਾ ਮਾਂ ਪਿਓ ਮੇਰੇ ਆਪਣੇ ਕੇ ਰਿਸ਼ਤੇਦਾਰ ਨੇ, ਮੇਰੇ ਆਪਣੇ ਘਰੋਂ ਬੱਚੇ ਗਏ ਨੇ ਬਾਹਰ, ਕੀ ਕਰੀਏ? ਬੱਚੇ ਮੰਨਦੇ ਨਹੀਂ। ਉਹ ਕਹਿੰਦੇ ਇੱਥੇ ਹੈ ਕੀ? ਨਸ਼ੇ ਨਾਲ ਰੋਜ਼ ਮੌਤ ਹੋ ਰਹੀ ਹੈ, ਰੋਜ਼ ਲੋਕ ਟ੍ਰੈਫਿਕ ਜਾਮ ਦੇ ਵਿੱਚ ਲੜਦੇ ਨੇ ਆਪਸ 'ਚ, ਇੱਕ ਛਿੱਤਰੋ ਛਿੱਤਰੀ ਹੁੰਦੇ ਨੇ। ਯਾਰ ਇਹਨਾਂ ਦਾ ਹੱਲ ਕਿਵੇਂ ਕਰਨਾ? ਲੀਡਰਾਂ ਦੇ ਕੋਲੋਂ ਗੱਲਾਂ ਸੁਣ ਲਓ, ਕਹਿੰਦਾ ਵੀ ਗੱਲਾਂ ਦੇ ਪਕੌੜੇ ਨਾ ਕੋਈ ਜਿੰਨੇ ਮਰਜ਼ੀ ਬਣਾ ਲਓ, ਕੰਮ ਧਰਾਤਲ ਤੇ ਕੁਛ ਨਹੀਂ ਹੈ। ਕੋਈ ਨਾ ਚੰਗੀ ਐਜੂਕੇਸ਼ਨ ਹੈ, ਸਕੂਲਾਂ 'ਚ ਟੀਚਰ ਨਹੀਂ ਹੈ, ਕਾਲਜਾਂ ਦੇ ਟੀਚਰ ਧਰਨਿਆਂ ਤੇ ਬੈਠੇ ਨੇ। ਉਹ ਕਹਿੰਦੇ ਵੀ ਸਾਨੂੰ ਪਹਿਲੋਂ ਘਰ ਤੋੜਨ ਦੀ ਤਿਆਰੀ, ਜਿਹੜੇ ਐਡਿਟ ਕਾਲਜ ਹੈ ਉਹ ਪਿਛਲੇ ਉਹਨਾਂ ਨੇ ਅੱਜ ਵੀ ਧਰਨਾ ਲਾਇਆ ਸੀਗਾ। ਮਤਲਬ ਕੁੱਲ ਮਿਲਾ ਕੇ ਗੱਲ ਹੈ ਕਿ ਲੋਕ ਲੀਡਰਾਂ ਨੇ ਆਪ ਸਾਰੀਆਂ ਸੁਵਿਧਾਵਾਂ ਵੀ ਲੈਣੀਆਂ, 20-25 ਗਨਮੈਨ ਵੀ ਲੈਣੇ ਆ, ਇਹਨਾਂ ਨੂੰ ਪੈਨਸ਼ਨਾਂ ਵੀ ਚਾਹੀਦੀਆਂ, ਇਹਨਾਂ ਨੂੰ ਹਵਾਈ ਯਾਤਰਾਵਾਂ ਵੀ ਚਾਹੀਦੀਆਂ, ਇਹਨਾਂ ਨੂੰ ਰੇਲ ਯਾਤਰਾਵਾਂ ਵੀ ਚਾਹੀਦੀਆਂ, ਇਹਨਾਂ ਨੂੰ ਆਪਣੇ ਪਰਿਵਾਰ ਵਾਸਤੇ ਵੀ ਸਭ ਕੁਝ ਚਾਹੀਦਾ। ਚੌਧਰੀ ਜਗਜੀਤ ਸਿੰਘ ਜਿਨ੍ਹਾਂ ਦੀ ਮੌਤ ਹੋ ਗਈ ਸੀ ਪਿੱਛੇ, ਸਾਂਸਦ ਜਲੰਧਰ ਤੋਂ, ਮੈਂ ਉਹ ਕੋਟ ਇਸ ਕਰਕੇ ਕਰ ਰਿਹਾ ਵੀ ਸਾਰਾ ਇਲੈਕਸ਼ਨ ਕਮਿਸ਼ਨ, ਸਾਰੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹੋ ਗਈਆਂ ਕਿਉਂਕਿ MP ਦੇ ਇਲੈਕਸ਼ਨ ਹੋਣੇ। ਚੌਧਰੀ ਸੰਤੋਖ ਸਿੰਘ ਸਾਹਿਬ, ਚੌਧਰੀ ਸੌਰੀ ਮੈਂ ਗਲਤ ਕਹਿ ਗਿਆ, ਚੌਧਰੀ ਜਗਜੀਤ ਸਿੰਘ ਉਹਨਾਂ ਦੇ ਬ੍ਰਦਰ ਸੀਗੇ, ਉਹਨਾਂ ਦੀ ਚੌਧਰੀ ਸੰਤੋਖ ਸਿੰਘ ਹਾਂ, ਚੌਧਰੀ ਸੰਤੋਖ ਸਿੰਘ ਦੀ। ਤੇ ਉਹਨਾਂ ਦੇ ਕਿਸ ਤਰ੍ਹਾਂ ਸਭ ਕੁਝ ਸਰਗਰਮ ਹੋ ਗਿਆ। ਇੱਕ ਪਾਰਸ਼ਦ
ਭਗਵਾਨ ਨਹੀਂ ਕਰ ਰਹੇ ਕਿ ਕਿਸੇ ਦੀ ਕੁਝ ਉਹਨੂੰ ਕੋਈ ਅਭੀ ਨਬੀ ਹੋ ਜਾਂਦੀ ਤੇ ਇਲੈਕਸ਼ਨ ਹੋ ਜਾਂਦੇ। ਇੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਿੰਨੇ ਜਿਹੜੇ ਆ ਉਹ ਖਾਲੀ ਪਈਆਂ ਪੋਸਟਾਂ ਖਾਲੀ ਪਈਆਂ, ਉਹ ਭਰਨੀਆਂ ਕਿਨੇ ਆ ਜੀ। ਇਹਨਾਂ ਨੂੰ ਲੜਨ ਤੋਂ ਵੇਲ ਨਹੀਂ। ਕਹਿੰਦੇ ਕਰਜ਼ਾ ਹੋ ਗਿਆ, ਪੰਜਾਬ ਕਰਜ਼ੇਦਾਰ ਹੋ ਗਿਆ। ਕੌਣ ਨਾ ਪ੍ਰਿੰਸ ਨੇ ਕੀਤਾ, ਨਾ ਦੀਪਕ ਭੰਡਾਰੀ ਨੇ ਕਰਜ਼ੇਦਾਰ ਕੀਤਾ। ਉਹ ਕਰਜ਼ੇਦਾਰ ਤੇ ਕੀਤਾ ਲੀਡਰਾਂ ਨੇ, ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਮੱਲ ਬਣਾ ਲਏ ਤੇ ਲੋਕਾਂ ਨੂੰ ਕੀ ਦਿੱਤਾ? ਠੁੰਠੁਣ ਗੋਪਾਲ, ਬੱਤੀ ਫਰੀ ਲੈ ਲਓ, 2 ਰੁਪਏ ਕਿਲੋ ਅਨਾਜ ਲੈ ਲਓ ਤੇ ਪਾਣੀ ਮੁਫਤ ਲੈ ਲਓ। ਇਹ ਸਾਰੀਆਂ ਗੱਲਾਂ ਇਸ ਕਰਕੇ ਲੋਕਾਂ ਨੂੰ ਅਸੀਂ ਤੇ ਕਈ ਵਾਰੀ ਕਹਿੰਦੇ ਆ ਵੀ ਲੋਕਾਂ ਨੂੰ ਆਪ ਜਾਗਰੂਕ ਹੋਣਾ ਪਏਗਾ। ਛੋਟੀਆਂ ਛੋਟੀਆਂ ਲਾਲਚ 'ਚ ਪੈਣਾ ਬੰਦ ਕਰੋ, ਨਹੀਂ ਤੇ ਭਵਿੱਖ ਜਿਹੜਾ ਨਾ ਹੁਣ ਉੱਪਰ ਬੈਠੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਜੇ ਥੱਲੇ ਵੇਖਦੇ ਹੋਣਗੇ ਤੇ ਦੇਖਦੇ ਹੋਣਗੇ ਵੀ ਕਿਸ ਤਰ੍ਹਾਂ ਦੇਸ਼ ਅਸੀਂ ਇਸ ਕਰਕੇ ਦੇਸ਼ ਆਜ਼ਾਦ ਕਰਾਇਆ ਸੀ ਵੀ ਜਿਨ੍ਹਾਂ ਅੰਗਰੇਜ਼ਾਂ ਕੋ ਕਰਾਇਆ ਸਾਡੇ ਨਿਆਣੇ ਉਹਨਾਂ ਅੰਗਰੇਜ਼ਾਂ ਦੇ ਮੁਲਕ 'ਚ ਜਾ ਕੇ ਆਪਣੇ ਆਪ ਨੂੰ ਸੁਭਾਗਿਆਸ਼ਾਲੀ ਸਮਝਦੇ ਪਏ ਜੀ। ਆਪਣਾ ਸਾਹਿਬ ਕੇਂਦਰ ਸਰਕਾਰ ਨੇ ਇੱਕ ਪਾਣੀ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਹੈ ਜਿਹੜੀ ਕਿ ਕਾਫੀ ਹੈਰਾਨੀਜਨਕ ਹੈ, ਖਾਸ ਕਰ ਪੰਜਾਬ ਦੇ ਲਈ ਚਿੰਤਾਜਨਕ ਹੈ। ਹਾਂ ਦੇਖੋ ਰਿਪੋਰਟ ਜਿਹੜੀ ਆਈ ਹੈ ਉਹਦੇ 'ਚ ਇਹ ਕਿਹਾ ਗਿਆ ਵੀ ਵੈਸੇ ਤੇ ਪੂਰੇ ਦੇਸ਼ ਦੀ ਰਿਪੋਰਟ ਆਈ ਹੈ ਪਰ ਪੰਜਾਬ ਦੀ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਪੰਜਾਬ 'ਚ ਰਹਿੰਦੇ ਹਾਂ। ਨਾਲੇ ਉਹ ਰਿਪੋਰਟ ਦੇ ਵਿੱਚ ਕਿਹਾ ਗਿਆ ਵੀ ਪੰਜਾਬ 'ਚ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਨੂੰ ਧਰਤੀ ਤੋਂ ਕੱਢਿਆ ਜਾ ਰਿਹਾ। ਦੇਖੋ ਇੱਥੇ ਰੀਚਾਰਜ ਉਹਨਾਂ ਪਾਣੀ ਨਹੀਂ ਹੋ ਰਿਹਾ, ਰੇਨ ਹਾਰਵੈਸਟਿੰਗ ਦਾ ਸਿਸਟਮ ਇੱਥੇ ਹੈ ਨਹੀਂ। ਕਾਰਪੋਰੇਸ਼ਨਾਂ 'ਚ ਇੱਕ ਚੱਲਿਆ ਸੀਗਾ ਪਹਿਲੇ ਵੀ ਜਿਹਨੇ ਕੁਝ 200-250 ਗਜ ਤੋਂ ਘਰ ਉੱਪਰ ਬਣਾਉਣਾ ਹੈ ਉਹ ਆਪਣੇ ਘਰ ਦੇ ਵਿੱਚ ਰੇਨ ਹਾਰਵੈਸਟਿੰਗ ਦਾ ਸਿਸਟਮ ਲਾਏਗਾ, ਪਰ ਇੱਥੇ ਅਧਿਕਾਰੀ ਪੈਸੇ ਲੈਂਦੇ ਨੇ, ਨਾ ਕਦੇ ਕੋਈ ਚੈੱਕ ਕਰਨ ਗਿਆ। ਤੇ ਹੁਣ ਪਿੱਛੇ ਇੱਕ ਰਿਪੋਰਟ ਵੀ ਆਈ ਸੀ ਵੀ 80% ਲੋਕਾਂ ਨੇ ਉਹ ਰੇਨ ਜਿਹੜਾ ਰੀਚਾਰਜ ਸਿਸਟਮ ਪਾਣੀ ਨਹੀਂ ਲਾਇਆ ਹੋਇਆ। ਹੁਣ ਦੇਖੋ ਪਾਣੀ ਜੇ ਪੀਣ ਨੂੰ ਨਹੀਂ ਰਿਹਾ ਤੇ ਹੁਣ ਲੋਕਾਂ ਨੇ ਪੈਟਰੋਲ ਪੀ ਕੇ ਥੋੜੀ ਜੀਣਾ ਹੈ ਜੀ। ਪਾਣੀ ਦੀ ਪਿਆਸ ਤਾਂ ਪਾਣੀ ਨੇ ਬੁਝਾਣੀ ਹੈ ਨਾ, ਤੇ ਪਾਣੀ ਜ਼ਹਿਰੀਲਾ ਹੋ ਗਿਆ। ਅਸੀਂ ਪੋਲਿਊਟਡ ਵਾਟਰ ਪਾਈ ਜਾਂਦੇ ਆ ਉੱਥੇ ਉਹਦੇ 'ਚ ਆਪਣੇ ਦਰਿਆਵਾਂ ਦੇ ਵਿੱਚ, ਜ਼ਮੀਨ ਦੇ ਵਿੱਚ ਪਾਈ ਜਾਂਦੇ ਆ। ਜੀਰਾ ਫੈਕਟਰੀ ਦਾ ਉਦਾਹਰਣ ਹੈ, ਬਹੁਤ ਸਾਰੇ ਕਿਸਾਨ ਤਰਨਤਾਰਨ ਦੇ ਵਿੱਚ ਉਦਾਹਰਣ ਹੈ। ਅੰਮ੍ਰਿਤਸਰ ਦੇ ਵਿੱਚ ਕਈ ਐਸੀਆਂ ਫੈਕਟਰੀਆਂ ਜਿਹੜੀਆਂ ਰੈਜ਼ੀਡੈਂਸ਼ੀਅਲ ਏਰੀਆ 'ਚ ਲੱਗੀਆਂ ਹੋਈਆਂ ਤੇ ਕਿਸ ਤਰ੍ਹਾਂ ਉਹ ਪਾਣੀ ਨੂੰ ਪੋਲਿਊਟ ਕਰ ਰਹੀਆਂ। ਤੇ ਇਸ ਕਰਕੇ ਮਤਲਬ ਉਹਨਾਂ ਨੇ ਨਾ ਕੁਝ ਬਿਲੀਅਨ ਦੀ ਗੱਲ ਕੀਤੀ ਹੈ। ਮੈਂ ਜੋ ਕਿੰਨੇ ਬਿਲੀਅਨ ਮਿਲੀਅਨ ਵਾਟਰ ਕੱਢੀ ਜਾਂਦਾ ਤੇ ਉਹ ਲੋਕਾਂ ਨੂੰ ਨਹੀਂ ਪਤਾ ਲੱਗਣਾ। ਕੁੱਲ ਮਿਲਾ ਕੇ ਪੰਜਾਬ ਗੱਲ ਇਹ ਹੈ ਵੀ ਜੇ ਰੋਜ਼ ਅਸੀਂ 100 ਬਾਲਟੀ ਕੱਢਦੇ ਆ ਨਾ ਤੇ ਵਾਪਸ ਜਿਹੜਾ ਹੈ ਉਹ ਅਸੀਂ 60 ਬਾਲਟੀਆਂ ਪਾ ਰਹੇ ਹਾਂ। ਇੱਕ ਦੂਜੀ ਗੱਲ ਜਿਹੜੀ ਅਸੀਂ ਝੋਨਾ ਬਹੁਤ ਜਿਹੜਾ ਲਗਾ ਰਹੇ ਹਾਂ ਇੱਥੇ। ਹੁਣ ਦੇਖੋ ਪੰਜਾਬ ਦੇ ਵਿੱਚ ਝੋਨਾ ਲਾਣਾ ਮਜਬੂਰੀ ਉਦੋਂ ਇਸ ਕਰਕੇ ਹੀ ਕਿਉਂਕਿ ਹਰੀ ਕ੍ਰਾਂਤੀ ਜਦੋਂ ਆਈ ਤੇ ਅਕਾਲ ਪੈ ਗਿਆ ਸੀ ਦੇਸ਼ ਦੇ ਵਿੱਚ ਤੇ ਪੰਜਾਬ 'ਚ ਕਿਸਾਨ ਨੇ ਇੱਕ ਝੋਨੇ ਤੇ ਡਾਈਵਰਸੀਫਿਕੇਸ਼ਨ ਹਜੇ ਤੱਕ ਇਸ ਕਰਕੇ ਹੋਈ ਕਿ ਸਰਕਾਰਾਂ ਨੂੰ ਲੱਗਦਾ ਹੈ ਵੀ ਜੇ ਲੋਕ ਖੁਸ਼ਹਾਲ ਹੋ ਜਾਣਗੇ ਤੇ ਫਿਰ ਬਣੂ ਕੀ। ਇੱਥੇ ਲੀਡਰ ਦੇਖੋ ਨਾ, ਰੇਤ ਦੀਆਂ ਖੱਡਾਂ ਉਹਨਾਂ ਦੀਆਂ ਕਿਸ ਤਰ੍ਹਾਂ, ਅਸੀਂ ਨਹੀਂ ਕਹਿੰਦੇ, ਇਹ ਆਪੇ ਇੱਕ ਦੂਜੇ ਦੇ ਨਾਲ ਲੈਂਦੇ ਆ। ਨਸ਼ਾ ਇਹ ਵਿਕਾਉਂਦੇ ਇਹ ਨਾਲ ਲੈਂਦੇ। ਹਾਈ ਕੋਰਟ 'ਚ ਰਿਪੋਰਟਾਂ ਬੰਦ ਪਈਆਂ, ਉਹਨੂੰ ਖੁਲਾਉਂਦੇ ਨਹੀਂ। ਕੋਈ ਕਈ ਅਫਸਰਾਂ ਦੇ ਅਧਿਕਾਰੀਆਂ ਦੇ ਨਾਂ ਆਉਂਦੇ ਵੀ ਉਹਨਾਂ ਨੇ ਨਜਾਇਜ਼ ਕਲੋਨੀਆਂ ਕੱਟੀਆਂ, ਆਪਣਾ ਪੈਸਾ ਵਾਈਟ ਕੀਤਾ, ਸਾਰਾ ਪੈਸਾ ਠਰਕਾਣੇ ਲਾਇਆ ਵੀ ਗੈਂਗਸਟਰ ਸਮਗਲਰਸ ਅਧਿਕਾਰੀਆਂ ਦਾ ਲੀਡਰਾਂ ਦਾ ਕਨੈਕਸ਼ਨ ਬਣ ਗਿਆ। ਹੁਣ ਇਹਨਾਂ ਨੂੰ ਕੋਈ ਇਹ ਪੁੱਛੇ ਵੀ ਨਾ ਤੇ ਨੋਟ ਖਾਣੇ ਹੈ, ਨਾ ਸੋਨਾ ਖਾਣਾ ਹੈ, ਤੇ ਨਾ ਏਡੇ ਏਡੇ ਜਿਹੜੇ ਮਹਿਲ ਬਣਾਏ ਉਹਨਾਂ ਨੇ ਕੋਈ ਖਾਣਾ ਖਾਣ ਨੂੰ ਰੋਟੀ ਚਾਹੀਦੀ ਹੈ ਤੇ ਪੀਣ ਨੂੰ ਪਾਣੀ ਚਾਹੀਦਾ ਹੈ, ਸਾਹ ਲੈਣ ਨੂੰ ਸਾਫ਼ ਹਵਾ ਚਾਹੀਦੀ ਹੈ। ਉਹ ਚੀਜ਼ ਸਾਡੇ ਕੋਲ ਹੈਗੀ ਨਹੀਂ। ਮੈਨੂੰ ਤਾਂ ਆਪਣੇ ਪੰਜਾਬ ਦੇ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ, ਉਹਨਾਂ ਦੀ ਗੱਲ ਯਾਦ ਆਉਂਦੀ ਵੀ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾ ਰਹੇ ਹਾਂ। ਵੀ ਨਸ਼ਾ ਪਹਿਲੇ ਤੇ ਕਾਲਜਾਂ 'ਚ ਮਿਲਦਾ ਸੀ, ਹੁਣ ਸਕੂਲਾਂ 'ਚ ਮਿਲਣ ਲੱਗ ਗਿਆ। ਮੋਬਾਈਲ ਜੇਲ੍ਹਾਂ 'ਚੋਂ ਮਿਲ ਰਹੇ ਨੇ ਵੀ ਤੁਹਾਡੇ ਕੋਲ ਕੁਝ ਕੰਟਰੋਲ ਨਹੀਂ ਹੋ ਰਿਹਾ। ਅਸੀਂ ਇਹ ਨਹੀਂ ਕਹਿ ਰਹੇ ਕਿ ਪੁਲਿਸ ਕੁਝ ਕੰਮ ਨਹੀਂ ਕਰ ਰਹੀ, ਪੁਲਿਸ ਬਹੁਤ ਕੰਮ ਕਰ ਰਹੀ ਹੈ, ਪਰ ਜਿਹੜੀਆਂ ਬਲੈਕ ਸ਼ੀਪਸ ਨੇ ਉਹਨਾਂ ਨੂੰ ਪਛਾਣ ਲਓ। ਮੈਂ ਅੱਜ ਹੀ ਪੜ੍ਹ ਰਿਹਾ ਸੀ ਇੱਕ ਜਗ੍ਹਾ ਵੀ ਉਹ ਇੱਕ ਨੇ ਵੀਡੀਓ ਵਾਇਰਲ ਕੀਤੀ ਆਪਣੀ ਹਵਾਲਾ ਦਿੱਤੀ ਦੀ, ਉਹਨੇ ਦੱਸੀ ਹੈ ਵੀ ਕੀ ਹਾਲਾਤ ਨੇ ਵੀ 12,000 ਵਾਲਾ ਮੋਬਾਈਲ ਅੰਦਰੋਂ 60,000 ਦਾ ਵਿਕਦਾ ਹੈ। ਨਸ਼ਾ ਜਿਹੜਾ ਕਹਿੰਦੇ ਤੁਸੀਂ ਨਾ ਲਓ ਅੰਦਰ ਵਿਕਦਾ ਹੈ। ਵੀ ਕੌਣ ਲੈ ਰਿਹਾ? ਵੀ ਉਹਨਾਂ ਦੀ ਰਿਪੋਰਟਾਂ ਹੀ ਖੁਲਾ ਲਓ ਜਿਹੜੀਆਂ ਹਾਈ ਕੋਰਟ 'ਚ ਪਈਆਂ। ਕੌਣ ਲੋਕ ਨੇ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਹੈ? ਉਹ ਕੌਣ ਲੋਕ ਨੇ ਜਿਹੜੇ ਆਉਣ ਵਾਲੀਆਂ ਨਸਲਾਂ ਬਰਬਾਦ ਕਰ ਰਹੇ ਨੇ? ਹੁਣ ਰਿਪੋਰਟਾਂ ਆਉਣਗੀਆਂ, ਬਣਦੀਆਂ ਰਹਿਣਗੀਆਂ, ਲੋਕ ਰਿਸਰਚ ਵੀ ਕਰਦੇ ਨੇ। ਰਿਸਰਚ ਤੇ ਵੈਸੇ ਹੁਣ ਪੰਜਾਬ ਸਰਕਾਰ ਨੂੰ ਇੱਥੇ ਵੀ ਕਰਾਉਣੀ ਚਾਹੀਦੀ ਵੀ ਬੱਚੇ ਬਾਹਰ ਜਾਣ ਤੋਂ ਰੋਕਿਆ ਕਿੱਦਾਂ ਜਾਵੇ ਉਹਨਾਂ ਨੂੰ, ਨਹੀਂ ਤੇ ਇਹ ਖਾਲੀ ਹੋ ਜਾਏਗਾ, ਨਾ ਪੀਣ ਨੂੰ ਕੁਛ ਰਹਿਣਾ ਕਿਸੇ ਨੂੰ। ਇੱਥੇ ਤੁਸੀਂ ਦੇਖੋ ਹੁਣੇ ਮੇਰੇ ਨਾਲ ਚੱਲੋ, ਬਹੁਤ ਸਾਰੇ ਐਸੇ ਸਰਵਿਸ ਸੈਂਟਰ ਨੇ, ਕਾਰ ਧੁਆਣੀ ਹੈ ਤੇ ਕਿੰਨਾ ਪਾਣੀ ਵੇਸਟ ਕਰਦੇ ਉੱਥੇ ਜੀ। ਇਸ ਕਰਕੇ ਇਹ ਬਹੁਤ ਚਿੰਤਾ ਦੀ ਗੱਲ ਨਹੀਂ। ਹੁਣ ਮਤਲਬ ਹੁਣ ਇੱਥੇ ਚਿੰਤਨ ਤੇ ਕਰਨ ਦੀ ਲੋੜ ਹੈ ਤੇ ਐਕਸ਼ਨ ਲੈਣ ਦੀ ਲੋੜ ਹੈ। ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇੱਕ ਹੋਣ ਦੀ ਲੋੜ ਹੈ, ਪਰ ਇਹਨਾਂ ਦੀ ਸਿਰਫ ਨਜ਼ਰ ਜਿਹੜੀ ਹੈ ਨਾ ਉਹ ਕੁਰਸੀ ਤੇ ਹੁੰਦੀ ਹੈ ਕਿ ਅਸੀਂ ਵੋਟਾਂ ਲਈਏ, ਜਿੱਤੀਏ, ਰਾਜ ਕਰੀਏ, ਤੇ ਹੂਟਰ ਮਾਰਦੇ, ਟੂ ਕਰਦੇ, ਉਧਰ ਕਦੀ ਉੱਥੇ ਰੀਬਨ ਕੱਟਿਆ ਤੇ ਕਦੀ ਉੱਥੇ ਹਾਰ ਪਵਾਏ। ਤੇ ਤੁਸੀਂ ਹਾਲ ਵੇਖ ਲਓ ਨਾ ਲੀਡਰਾਂ ਦੇ ਕੀ ਹੈ। ਤੇ ਤੁਸੀਂ ਦੇਖ ਲਓ, ਮੈਂ
ਰਾਜਸਥਾਨ ਦੇ ਅੱਜ ਪੇਸ਼ ਹੋਇਆ ਉੱਥੇ ਬਜਟ, ਤੇ ਉੱਥੋਂ ਦੇ ਜਿਹੜੇ ਮਾਨਯੋਗ ਮੁੱਖ ਮੰਤਰੀ ਨੇ ਨਾ, ਇਹਨਾਂ ਦਾ ਲੀਡਰਾਂ ਦੀ ਹਾਲਤ ਤੁਹਾਨੂੰ ਮੈਂ ਸੁਣਾ ਰਿਹਾ ਵੀ ਕੀ ਹਾਲ ਨੇ ਇਹਨਾਂ ਦੇ। ਜੀ ਬਜਟ ਸੈਸ਼ਨ ਹੈ, ਉਹਨਾਂ ਨੇ ਬਜਟ ਪੇਸ਼ ਕੀਤਾ ਤੇ ਉਹਨਾਂ ਨੇ ਪੁਰਾਣਾ ਬਜਟ ਹੀ ਪੜ੍ਹ ਦਿੱਤਾ ਅੱਜ। ਜੀ ਵੇਖੋ ਨਾ, ਪਤਾ ਤੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਲੱਗਾ, 8 ਮਿੰਟ ਆਪਣੇ ਭਾਸ਼ਣ ਦਿੰਦਾ ਰਿਹਾ ਵੀ ਮੈਂ ਪੁਰਾਣਾ ਬਜਟ ਪੜ੍ਹ ਰਿਹਾ। ਜੀ। ਤੇ ਉਹ ਤੇ ਉਹਨਾਂ ਦੇ ਨਾਲ ਕਿਉਂ ਉਹ ਆਪਣੇ ਕਿਸੇ ਨੂੰ ਸ਼ਾਬਾਸ਼ ਦਿੰਦੇ ਹੋਣੇ ਨੇ, ਉਹਨਾਂ ਦੇ ਨਾਲ ਇੱਕ ਬੈਠਾ ਹੈ ਮੰਤਰੀ ਮਹੇਸ਼ ਜੋਸ਼ੀ, ਜੀ। ਉਹਨੇ ਆ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੀ ਕਰੀ ਜਾਂਦੇ ਹੋ, ਪੁਰਾਣਾ ਬਜਟ ਪੜ੍ਹੀ ਜਾਂਦੇ ਹੋ। ਜੀ। ਤੇ ਫਿਰ ਵੇਖੋ ਨਾ, ਵਿਪਕਸ਼ ਨੇ ਹੰਗਾਮਾ ਕੀਤਾ ਬੜਾ, ਕਹਿੰਦੇ ਬਜਟ ਲੀਕ ਕੀਤਾ ਜੀ ਇਹਨਾਂ ਨੇ। ਉਹ ਕਹਿੰਦੇ ਲੀਕ ਕਿੱਥੋਂ ਹੋ ਗਿਆ, ਮੈਂ ਤੇ ਪੁਰਾਣੇ ਪੜ੍ਹੀ ਜਾਣਾ। ਉਹਨਾਂ ਨੇ ਮਾਫੀ ਤੇ ਮੰਗ ਲਈ ਹੈ, ਤੇ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਨਾ ਹੈ ਪ੍ਰਿੰਸ ਵੀ ਕਿਸੇ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਮੈਂ ਪਿਛਲੇ ਸਾਲ ਵੀ ਬਜਟ ਪੜ੍ਹੇ ਤੇ ਅੱਗੇ ਪੜ੍ਹੀ ਜਾਣਾ। ਵੀ ਤੁਸੀਂ ਦੇਖੋ ਆ ਤੇ ਸਾਡੇ ਲੀਡਰਾਂ ਦਾ ਹਾਲ ਆ, ਤੇ ਕਿੰਨੇ ਲੀਡਰ ਟਿੰਟਡ ਅਪਰਾਧੀ ਸੀ। ਕਈ ਵਾਰੀ ਅਸੀਂ ਨਹੀਂ ਕਹਿੰਦੇ, ਹਾਈ ਕੋਰਟ ਕਹਿ ਚੁੱਕਿਆ ਲੀਡਰ ਵੀ ਟਿੰਟਡ ਬੰਦੇ ਬੈਠੇ ਆ, ਅਪਰਾਧੀਆਂ ਦੇ ਹੱਥ ਦੇਸ਼ ਦੀ ਵਾਗਡੋਰ ਆ। ਵੀ ਇਸ ਕਰਕੇ ਫਿਰ ਕਿਸ ਤਰ੍ਹਾਂ ਬਿਹਤਰ ਭਵਿੱਖ ਦਾ ਜਿਹੜਾ ਤੁਸੀਂ ਆਸ ਕਰ ਸਕਦੇ ਹੋ। ਹਰ ਕੋਈ ਮਾਪਿਓ ਚਾਹੁੰਦਾ ਵੀ ਮੇਰਾ ਬੱਚਾ ਸ਼ਾਂਤਮਈ ਜ਼ਿੰਦਗੀ ਜੀਵੇ, ਕਿਉਂਕਿ ਕੌਣ ਨਹੀਂ ਜਾਣਦਾ। ਦੇਖੋ ਸੁਖਬੀਰ ਬਾਦਲ ਹਰ ਵਾਰੀ ਬੋਲਦੇ ਵੀ ਇੰਡਸਟਰੀਲਿਸਟਾਂ ਕੋਲੋਂ ਫਰੌਤੀਆਂ, ਕੋਈ ਐਸਾ ਇੰਡਸਟਰੀਲਿਸਟ ਨਹੀਂ ਹੈ ਜਿਹਨੇ ਫਰੌਤੀ ਨਾ ਦਿੱਤੀ ਹੋਵੇ, ਕਿਉਂਕਿ ਲੋਕ ਸਾਹਮਣੇ ਆਣਾ ਨਹੀਂ ਚਾਹੁੰਦੇ, ਦੱਸਣਾ ਨਹੀਂ ਚਾਹੁੰਦੇ, ਅਗਲੇ ਕਹਿੰਦੇ ਪੈਸੇ ਦਿਓ ਆਪਣੀ ਜਾਨ ਛਡਾਓ। ਇਸ ਕਰਕੇ ਹੁਣ ਤੁਸੀਂ ਰਾਜ ਕਿਹਦੇ ਤੇ ਕਰੋਗੇ। ਇਹ ਕਹਿੰਦੇ ਵੀ 140 ਕਰੋੜ ਆਬਾਦੀ ਹੋ ਗਈ, ਖੁਸ਼ ਹੋ ਜਾਂਦੇ ਆ। ਮੈਂ ਕੱਲ PM ਸਾਹਿਬ ਦਾ ਵੀ ਸੁਣ ਰਿਹਾ, ਕਹਿੰਦਾ ਅਕੇਲਾ इन सब पर भारी है, इनको ईडी ने इकट्ठा कर दिया। ठीक है भी जिन्हों ने गलत काम किए तुसी उन्हां दी जांच कराओ, उन्होंने अंदर दिओ, पर लोकां ने जिन्हां ने तुहानू इत्थे पहुंचाया उन्हां नू कुछ तां दिओ। अज ते आम आदमी जिहड़ा मर्जी असीं कई वारी कह चुके हैं भी हूटर मारदे इंज जांदे ने जिवें अंग्रेज़ां दे ज़माने ते बग्गियां भी इदां नहीं जांदियां, वो भी लोकां नू आसे पासे घरार लैंदे ही यार सानू वेख लो, इत्थे ते सारे बाजार बंद कर दिंदे आ जी। ते अपने साहब एक पंजाब दी PSIEC जी जी ਉਹਦੇ ਤੇ ਵੀ ਈਡੀ ਦੀ ਨਜ਼ਰ ਪੈ ਗਈ ਹੁਣ। ਹਾਂ ਇਹ ਤੁਹਾਨੂੰ ਯਾਦ ਹੋਣਾ ਦਰਸ਼ਕਾਂ ਨੂੰ, ਅਸੀਂ ਵੀ ਇਹ ਮਾਮਲਾ ਉੱਠਿਆ ਜਿਹੜਾ ਨਾ, ਇਹ ਉਹੀ ਮਾਮਲਾ ਜਿਹਦੇ ਵਿੱਚ ਸਾਬਕਾ ਮਿਨਿਸਟਰ ਆਪਣੇ ਸੁੰਦਰ ਸ਼ਾਮ ਅਰੋੜਾ ਅੰਦਰ ਨੇ, ਜਿਹੜੇ 50 ਲੱਖ ਰੁਪਇਆ ਰਿਸ਼ਵਤ ਦੇਣ ਗਏ ਸੀ ਵਿਜੀਲੈਂਸ ਦੇ AIG ਮਨਮੋਹਨ ਸ਼ਰਮਾ ਨੂੰ। ਜੀ ਇਹ ਹੈਗੀ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ, ਜਿਹਦੇ ਵਿੱਚ ਉਹਨੇ ED ਦੀ ਐਂਟਰੀ ਹੋ ਗਈ ਹੈ, ਐਨਫੋਰਸਮੈਂਟ ਡਾਇਰੈਕਟੋਰੇਟ ਦੀ। ਹਾਲਾਂਕਿ ਮਾਮਲੇ ਦੀ ਜਾਂਚ ਪਹਿਲੇ ਵਿਜੀਲੈਂਸ ਕਰ ਰਹੀ ਹੈ ਕਿ ਕਿਸ ਤਰ੍ਹਾਂ 25 ਏਕੜ ਜ਼ਮੀਨ ਨੂੰ ਜਿੱਥੇ ਇੰਡਸਟਰੀ ਲੱਗਣੀ ਸੀ, ਦੇਖੋ 25 ਏਕੜ ਇੰਡਸਟਰੀ ਜੇ ਉੱਥੇ 2 ਏਕੜ ਪਲਾਟ ਦੇ ਵਿੱਚ ਇੱਕ ਇੰਡਸਟਰੀ ਵੀ ਲੱਗਦੀ ਤੇ 12 ਇੰਡਸਟਰੀਆਂ ਲੱਗਣੀਆਂ ਸੀ। ਜੇ ਐਵਰੇਜ ਇੱਕ ਇੰਡਸਟਰੀ 200 ਬੰਦੇ ਨੂੰ ਵੀ ਰੋਜ਼ਗਾਰ ਦਿੰਦੀ ਤੇ 2-2.5 ਬੰਦੇ ਨੂੰ ਰੋਜ਼ਗਾਰ ਮਿਲਣਾ ਸੀ। ਉਹ 2-2.5 ਨੂੰ ਨਹੀਂ, 2-2.5 ਪਰਿਵਾਰ ਪਲਣਾ ਸੀ ਉੱਥੋਂ। ਇਹਨਾਂ ਨੇ ਕੀ ਕੀਤਾ, ਉਹ ਗੁਲਮੋਹਰ ਟਾਊਨਸ਼ਿਪ ਨੂੰ ਉਹ ਜਿਹੜੀ ਜ਼ਮੀਨ ਟ੍ਰਾਂਸਫਰ ਕਰਤੀ ਜੀ। ਹੁਣ ਵੇਖੋ ਨਾ ਬੜਾ ਰੌਲਾ ਪਿਆ ਕਿਸ ਤਰ੍ਹਾਂ ਟ੍ਰਾਂਸਫਰ ਹੋਈ। ਇੱਕ IAS ਅਧਿਕਾਰੀ ਜਿਹੜੇ ਨੇ ਨੀਲਮਾ, ਉਹਨਾਂ ਦਾ ਵੀ ਨਾਮ ਆਇਆ। IAS ਬੜੇ ਔਖੇ ਹੋਏ ਵੀ ਸਾਡੇ ਤੇ ਕਿਉਂ ਕਰ ਰਹੇ ਹੋ ਇਸ ਤਰ੍ਹਾਂ। ਫਿਰ ਜਦੋਂ ਕਿ ਮਤਲਬ ਜਦੋਂ ਤੁਸੀਂ ਗਲਤ ਮਤਲਬ ਤੁਹਾਨੂੰ ਛੂਟ ਦੇ ਦਿੱਤੀ ਹੈ ਵੀ ਲੁੱਟੋ, ਰੱਜ ਕੇ ਲੁੱਟੋ ਤੇ ਜੋ ਮਰਜ਼ੀ ਕਰੋ, ਵੀ ਤੁਹਾਨੂੰ ਕੋਈ ਪੁੱਛੇ ਨਾ, ਵੀ ਇਹ ਤੇ ਧਰਤੀ ਦੇ ਭਗਵਾਨ ਬਣ ਕੇ ਬਹਿ ਗਏ ਤੁਸੀਂ। ਇਸ ਕਰਕੇ ਹੁਣ ED ਦੀ ਐਂਟਰੀ ਹੋਈ ਹੈ। ED ਨੇ ਪ੍ਰਿੰਸੀਪਲ ਸੈਕਟਰੀ ਜਿਹੜੇ ਇੰਡਸਟਰੀਜ਼ ਨੇ ਉਹਨਾਂ ਕੋਲੋਂ ਤੇ ਜਿਹੜੇ MD ਨੇ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ, ਉਹਨਾਂ ਕੋਲ ਡਿਟੇਲ ਮੰਗ ਲਈ ਹੈ ਵੀ 2000 ਤੋਂ ਪਹਿਲੋਂ ਕੀ ਸਟੇਟਸ ਸੀਗਾ ਤੇ ਅੱਜ ਦੀ ਡੇਟ ਦੇ ਵਿੱਚ ਇਹਦਾ ਸਟੇਟਸ ਕੀ ਆ, ਵੀ ਕਿਹਨੂੰ ਕਿਹਨੂੰ ਪਲਾਟ ਅਲਾਟ ਕੀਤੇ ਗਏ ਨੇ। ਜਦੋਂ IAS ਅਧਿਕਾਰੀਆਂ ਨੇ ਮਾਰਿਆ ਦਾਬਾ, ਪਤਾ ਨਹੀਂ ਮਾਨ ਸਾਹਿਬ ਨੇ ਫਿਰ ਵਿਜੀਲੈਂਸ ਨੂੰ ਕਿਉਂ ਕਹਿਤਾ ਵੀ ਯਾਰ ਸ਼ਾਂਤ ਹੋ ਜਾਓ। ਪਹਿਲੇ ਤਾਂ ਕਹਿੰਦੇ ਸੀ ਵੀ ਹਰ ਚੀਜ਼ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ। ਉਹ ਕਈ ਵਾਰੀ ਆਪਣੇ ਭਾਸ਼ਣਾਂ 'ਚ ਕਹਿੰਦੇ ਨੇ ਵੀ ਅਸੀਂ ਜਿਨ੍ਹਾਂ ਨੇ ਮਾਲ ਖਾਦਾ ਇੱਕ ਇੱਕ ਪੈਸਾ ਵਸੂਲ ਕਰਾਂਗੇ, ਤੇ ਫਿਰ ਵਸੂਲ ਕਰੋ, ਦੱਸੋ ਕਿੰਨੇ 125 ਪਲਾਟ ਲਏ। ਇਹ ਤੇ ਕੱਲਾ ਇੱਕ ਜ਼ਿਲ੍ਹੇ ਦਾ ਮਾਮਲਾ ਹੈ, ਸਿਰਫ ਮੁਹਾਲੀ ਦਾ। ਐਸੇ ਪਲਾਟ ਤੇ ਮਤਲਬ ਕਈ ਜਗ੍ਹਾ ਫੋਕਲ ਪੁਆਇੰਟ ਬਣੇ ਨੇ। ਪਤਾ ਕਰੋ ਨਾ ਕਿੰਨੇ ਪਲਾਟ ਲਿਆ, ਕਿਹਨੂੰ ਉਹ ਪਲਾਟ ਗਿਆ, ਕਿ ਵਾਕਈ ਜਿਸ ਚੀਜ਼ ਵਾਸਤੇ ਉਹ ਪਲਾਟ ਲਿਆ ਗਿਆ ਉਹ ਪਲਾਟ ਜਿਹੜਾ ਹੈ ਉਹ ਉਸੇ ਕੰਮ ਵਾਸਤੇ ਯੂਜ਼ ਹੋ ਰਿਹਾ। ਹੁਣ ਵਿਜੀਲੈਂਸ ਉਹਨਾਂ ਜਿਹੜੇ ਕਾਗਜ਼ਾਤਾਂ ਦੀ ਵੀ ਜਿਹੜੀ ਹੈ ਉਹ ਭਾਲ ਕਰ ਰਹੀ ਹੈ, ਲੱਭ ਰਹੀ ਹੈ ਉਹ ਦਸਤਾਵੇਜ਼। ਤੁਹਾਨੂੰ ਵੀ ਯਾਦ ਹੋਣਾ ਕਿ 2019 ਚ ਵੀ ਕੁਝ ਅਧਿਕਾਰੀਆਂ ਨੇ ਰਿਪੋਰਟ ਬਣਾਤੀ ਸੀ। ਉਦੋਂ ਇਹ ਕਿਹਾ ਸੀਗਾ ਵੀ ਉਦੋਂ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ, ਵੀ ਉਹਨਾਂ ਦੀ ਇੱਕ ਚਿੱਠੀ ਆਈ ਹੈ, ਉਹ ਚਿੱਠੀ ਦੇ ਆਧਾਰ ਤੇ ਜਾਂਚ ਹੋਈ ਹੈ ਜੀ। ਉਹ ਵਿਜੀਲੈਂਸ ਨੂੰ ਚਿੱਠੀ ਨਹੀਂ ਲੱਗ ਰਹੀ ਵੀ ਚਿੱਠੀ ਗਈ ਕਿਤੇ, ਮਤਲਬ ਚਿੱਠੀ ਆਈ ਵੀ ਕਿ ਨਹੀਂ ਆਈ ਇਹ ਤੇ ਹੁਣ ਰੱਬ ਹੀ ਜਾਣੇ। ਪਰ ਜੋ ਹੁਣ ਲੱਗ ਰਿਹਾ ਕਿ ਇਸ ਵੇਲੇ ED ਦੀ ਐਂਟਰੀ ਹੋਈ ਹੈ ਤੇ ED ਫਿਰ ਜਦੋਂ ਪਿੱਛੇ ਲੱਗ ਜਾਂਦੀ ਹੈ, ਪਹਿਲੇ ਤੇ ਵਿਜੀਲੈਂਸ ਦੇ ਹੀ ਖਤਰਾ ਹੀ ਬਹੁਤ, ਤੇ ਹੁਣ ED ਸਾਰਾ ਕੁਝ ਖੰਗਾਲੇਗੀ ਵੀ ਕਿੱਥੇ ਕਿੱਥੇ ਮਾਲ ਗਿਆ ਤੇ ਕਿੰਨੇ ਕਿੰਨੇ ਉਹ ਮਾਲ ਖਾਦਾ, ਕਿੰਨੇ ਕਿੰਨੇ ਪਲਾਟ ਲਿਆ, ਕਿੰਨੇ ਫਾਇਦਾ ਲਿਆ। ਤੇ ਇਹ ਹੁਣ ਆਉਣ ਵਾਲਾ ਸਮਾਂ ਬਤਾਏ ਕਿ ਵਾਕਈ ਇਹਨਾਂ ਨੂੰ ਕੁਝ ਹੋਏਗਾ
ਵਸੂਲੀ ਹੋਏਗੀ ਜਾਂ ਨਹੀਂ, ਇਹ ਤੇ ਆਉਣ ਵਾਲਾ ਟਾਈਮ ਹੀ ਦੱਸੂਗਾ। ਭੰਡਾਰੀ ਸਾਹਿਬ, ਪੰਜਾਬ ਸਰਕਾਰ ਬੜੇ ਵੱਡੇ ਦਾਅਵੇ ਕਰਦੀ ਕਿ ਅਸੀਂ ਰਿਸ਼ਵਤਖੋਰੀ ਤੇ ਕਾਬੂ ਪਾ ਲਾਂਗੇ, ਪਰ ਕਾਬੂ ਪੈ ਨਹੀਂ ਰਿਹਾ। ਜਿਵੇਂ ਅਸੀਂ ਪਿਛਲੇ ਦਿਨ ਵੀ ਬੀਤੇ ਕੱਲ ਵੀ ਇੱਕ ਖਬਰ ਕੀਤੀ, ਇੱਕ ਚੌਕੀਦਾਰ ਕੋਲੋਂ ਰਿਸ਼ਵਤ ਮੰਗ ਲਈ ਗਈ, ਤੇ ਅੱਜ ਇੱਕ ਨਵਾਂ ਮਾਮਲਾ ਫਿਰ ਸਾਹਮਣੇ ਆਇਆ ਕਿ ਇੱਕ ਅਧਿਕਾਰੀ ਨੂੰ 15 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ। ਪ੍ਰੈਸ ਦੇਖੋ ਨਾ, ਬੜੀ ਅਸੀਂ ਵੈਸੇ ਕੱਲ ਇੱਕ ਖਬਰ ਕੀਤੀ ਵੀ ਸੀਗੀ, ਪਰ ਉਹ ਮੈਂ ਡਿਟੇਲ 'ਚ ਨਹੀਂ ਜਾ ਪਾਇਆ ਸੀ। ਉਹਦੇ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਬੱਤੀ ਜੀ, ਦੇਖੋ ਬੱਤੀ ਸਭ ਨੂੰ ਚਾਹੀਦੀ ਹੈ, ਬੱਤੀ ਦੇ ਬਿਨਾ ਕੁਝ ਵੀ ਨਹੀਂ। ਸਰਕਾਰ ਨੇ ਫ੍ਰੀ ਬੱਤੀ ਦਿੱਤੀ, ਜਿਹਨੇ ਫ੍ਰੀ ਦਿੱਤੀ ਤੇ ਸੱਤਾ 'ਚ ਆ ਕੇ 92 ਸੀਟਾਂ ਮਿਲ ਗਈਆਂ ਜੀ। ਹੁਣ ਇਹ ਅਧਿਕਾਰੀ ਨੇ, ਇਹ ਸੁਪਰਡੈਂਟ ਇੰਜੀਨੀਅਰਿੰਗ ਨੇ, ਐਡੀਸ਼ਨਲ ਨਾ ਇਹਨਾਂ ਦਾ ਸੁਖਵਿੰਦਰ ਸਿੰਘ ਮੁਲਤਾਨੀ, ਪਹਿਲੇ 15 ਲੱਖ ਰੁਪਏ ਲਏ, ਫਿਰ ਬਾਅਦ ਚੋਂ 20 ਲੱਖ ਰੁਪਏ ਹੋਰ ਮੰਗ ਲਏ ਜੀ। ਹੁਣ ਤੁਸੀਂ ਦੇਖੋ, ਇਹ ਜਿਹਦੇ ਕੋਲ ਲਏ ਉਹ ਇੱਕ ਸਟੋਰ ਕੀਪਰ ਸੀਗਾ। ਸਟੋਰ ਕੀਪਰ ਮੰਨ ਲਓ ਕਿਸੇ ਨੂੰ ਕਹਿ ਦੇਣਾ ਉਹ ਸਟੋਰ ਕੀਪਰ ਲੱਗਾ ਤੇ ਉਹਨੂੰ ਕਹਿੰਦੇ ਵੀ ਇਹ ਦਰਜਾ 4 ਕਰਮਚਾਰੀ ਹੋਣਾ ਹੈ, ਇਹਦੇ ਕੋਲ ਕੀ ਹੋਣਾ। ਪਰ ਤੁਸੀਂ ਦੇਖੋ, ਸਟੋਰ ਕੀਪਰ ਜਿਹਨੇ ਕਿ 15 ਲੱਖ ਰੁਪਇਆ ਦੇ ਵੀ ਦਿੱਤਾ, 5 ਲੱਖ ਰੁਪਇਆ 3 ਵਾਰਾ ਦੇਤਾ। ਹੁਣ ਜਦੋਂ ਉਹਦੇ ਕੋਲ 20 ਲੱਖ ਮੰਗਿਆ ਤੇ ਫਿਰ ਉਹ ਕਹਿੰਦਾ ਯਾਰ ਮੈਂ ਤੇ ਹੁਣ ਤੰਗ ਆ ਗਿਆ ਪੈਸੇ ਦੇ ਕੇ। ਉਹ ਲੱਗਾ ਸੀ ਵੇਰਕੇ, ਸ਼ਰਨਜੀਤ ਸਿੰਘ ਉਹਦਾ ਨਾਂ ਹੈ। ਤੇ ਇਹ ਜਿਹੜੇ ਆਪਣੇ ਇੰਜੀਨੀਅਰ ਸਾਹਿਬ ਨੇ, ਸੁਖਵਿੰਦਰ ਸਿੰਘ ਜੀ ਮੁਲਤਾਨੀ, ਜਿਨ੍ਹਾਂ ਨੇ 15 ਲੱਖ ਰੁਪਇਆ, ਜਿਨ੍ਹਾਂ ਦਾ ਵੇਖੋ ਨਾ, ਅਸੀਂ ਤੇ 10 ਲੱਖ ਰੁਪਇਆ ਇੱਕ ਪੁਲਿਸ ਵਾਲੇ ਨੇ ਰਿਸ਼ਵਤ ਮੰਗੀ, ਕਹਿੰਦੇ ਹਾਂ 10 ਲੱਖ, ਪਰ ਇੱਥੇ ਤੇ 15 ਲੱਖ ਵਾਲੇ ਵੀ ਬੈਠੇ ਨੇ। ਤੇ ਉਹ ਵੇਖੋ, ਤੇ ਲਏ ਕਿਹਦੇ ਕੋਲੋਂ? ਸਟੋਰ ਕੀਪਰ ਕੋਲੋਂ। ਇਹਦਾ ਦਾ ਕੰਮ ਇਹ ਸੀਗਾ ਕਿ ਇਹਨਾਂ ਨੇ ਸਟੋਰ ਦੀ ਜਾਂਚ ਕਰਨੀ ਹੁੰਦੀ ਵੀ ਜਿੰਨਾ ਸਮਾਨ ਆਇਆ, ਜਿੰਨੀਆਂ ਲਾਈਟਾਂ ਆਈਆਂ, ਜਿੰਨੇ ਮੀਟਰ ਆਏ, ਜਾਂ ਜੋ ਵੀ ਸਮਾਨ ਆਂਦਾ, ਜਿੰਨੀਆਂ ਤਾਰਾਂ ਆਈਆਂ, ਜਿੰਨੇ ਟਰਾਂਸਫਾਰਮਰ ਆਏ, ਉਹ ਲੱਗੇ ਕਿ ਨਹੀਂ ਲੱਗੇ। ਪਰ ਤੁਸੀਂ ਦੇਖੋ ਕਿਦਾਂ ਸਟੋਰ ਵੈਰੀਫਿਕੇਸ਼ਨ ਕਰਨ ਵਾਸਤੇ 15 ਲੱਖ ਰੁਪਏ ਦੀ ਰਿਸ਼ਵਤ ਜਾਂਦੀ ਪਈ ਹੈ, ਤੇ ਰਿਪੋਰਟ ਉਹਦੇ ਫੇਵਰ 'ਚ ਬਣਾਉਣ ਵਾਸਤੇ 15 ਲੱਖ ਰੁਪਏ ਲੈ ਲਏ। ਹੁਣ ਉਹਨੂੰ ਕਹਿੰਦੇ ਵੀ ਬਹਾਲੀ ਵੀ ਤੇਰੀ ਕਰਾਉਣੀ ਹੁਣ, ਵੀ ਤੂੰ ਫੇਰ ਆ ਕੇ ਮਾਲ ਖਾਣਾ ਹੈ, 20 ਲੱਖ ਰੁਪਇਆ ਹੋਰ ਦੇ। ਉਹਨੇ ਸਾਰੀ ਰਿਕਾਰਡਿੰਗ ਕਰ ਲਈ ਤੇ ਭੇਜਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ, ਤੇ ਵਿਜੀਲੈਂਸ ਨੇ ਉਹਨਾਂ ਨੂੰ ਫੜ ਲਿਆ। ਹੁਣ ਤੁਸੀਂ ਦੇਖੋ ਵੀ ਇੱਕ ਜਿਹੜਾ ਅਧਿਕਾਰੀ ਹੈ, ਇੰਜੀਨੀਅਰ, ਜਿਹਦਾ ਕਿ ਪਤਾ ਹੀ ਨਹੀਂ, ਅਸੀਂ ਕਈ ਵਾਰੀ ਕਿਹਾ ਇੰਪਰੂਵਮੈਂਟ ਟਰਸਟ 'ਚ ਇੱਦਾਂ ਦੇ ਅਧਿਕਾਰੀ ਬੈਠੇ ਜਿਨ੍ਹਾਂ ਨੇ ਅਰਬਾਂ ਰੁਪਏ ਦੀ ਜਾਇਦਾਦ ਬਣਾ ਲਈ। ਕਾਰਪੋਰੇਸ਼ਨ 'ਚ ਬੈਠੇ ਨੇ ਐਮਟੀਪੀ ਡਿਪਾਰਟਮੈਂਟ, ਜਿਨ੍ਹਾਂ ਨੇ ਕਿ ਸਾਰੀਆਂ ਬਿਲਡਿੰਗਾਂ ਗਲਤ ਬਣਾਈਆਂ ਤੇ ਪੈਸੇ ਖਾਦੇ। ਇਸ ਕਰਕੇ ਮਾਨ ਸਾਹਿਬ ਨੂੰ ਚਾਹੀਦਾ ਵੀ ਇਹ ਤੇ ਇੱਕ ਸੁਪਰਡੈਂਟ ਇੰਜੀਨੀਅਰ ਹੈ ਤੇ ਇੱਕ ਸਟੋਰ ਕੀਪਰ ਸੀਗਾ, ਇਹ ਤੇ ਪੂਰੇ ਪੰਜਾਬ ਦੀ ਜਾਂਚ ਹੋ ਜਾਵੇ ਤੇ ਕਿੰਨਾ ਕਪਲਾ ਆਏਗਾ ਬਾਹਰ। ਕੌਣ ਨਹੀਂ ਜਾਣਦਾ ਵੀ ਪੰਜਾਬ ਘਾਟੇ 'ਚ ਕਿਉਂ ਆ? ਪੰਜਾਬ ਇਸ ਕਰਕੇ ਘਾਟੇ 'ਚ ਆ ਕਿਉਂਕਿ ਪੰਜਾਬ ਨੂੰ ਦੀਮਕ ਲੱਗਾ, ਘੁਣ ਲੱਗਾ, ਪੰਜਾਬ ਨੂੰ ਸਿਉਂਕ ਲੱਗੀ ਹੈ, ਜੌਂਕਾਂ ਲੱਗੀਆਂ, ਚਮੜੀਆਂ ਐਡੀਆਂ 5.5 6 ਫੁੱਟ ਦੀਆਂ। ਉਹਨਾਂ 'ਚ ਲੀਡਰ ਵੀ ਸ਼ਾਮਲ ਹੈ ਤੇ ਉਹਨਾਂ 'ਚ ਅਧਿਕਾਰੀ ਵੀ ਸ਼ਾਮਲ ਨੇ। ਆਪਣੇ ਸਾਹਿਬ, ਹੁਣ ਭਗਵੰਤ ਮਾਨ ਸਰਕਾਰ ਸਰਪੰਚਾਂ ਵੱਲ ਨੂੰ ਸਿੱਧੀ ਹੋ ਗਈ ਹੈ। ਉਹਨਾਂ ਦੇ ਜਿਹੜੇ ਮੰਤਰੀ ਨੇ ਧਾਲੀਵਾਲ ਸਾਹਿਬ, ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਰਪੰਚ ਨੇ ਉਹ ਕਰੋੜਾਂ ਰੁਪਏ ਖਾ ਗਏ ਨੇ ਪੰਚਾਇਤਾਂ ਦਾ। ਨਹੀਂ, ਉਹਨਾਂ ਨੇ ਨਹੀਂ ਕਿਹਾ। ਇੱਕ ਨਾ ਰਿਪੋਰਟ ਆਈ ਹੈ, ਜਿਹੜੀ ਰਿਪੋਰਟ ਨਸ਼ਰ ਹੋਈ ਹੈ, ਇਹ ਨਾ ਸਾਰੀਆਂ ਪੰਚਾਇਤਾਂ, ਜ਼ਿਲ੍ਹਾ ਪਰਿਸ਼ਦਾਂ ਤੇ ਪੰਚਾਇਤ ਸਮਿਤੀਆਂ ਦਾ ਆਡਿਟ ਕਰਾਇਆ ਗਿਆ। ਆਡਿਟ ਕਰਾਇਆ ਤੇ 750 ਸਰਪੰਚਾਂ ਨੇ 30 ਕਰੋੜ ਰੁਪਏ ਦੀ ਘਪਲੇਬਾਜ਼ੀ ਕੀਤੀ। ਇਹ ਰਿਪੋਰਟ 'ਚ ਸਾਹਮਣੇ ਆਇਆ ਤੇ ਇਹ ਆਡਿਟ ਹੋਇਆ 2016 ਤੋਂ ਲੈ ਕੇ 2019 ਤੱਕ। ਉਦੋਂ ਸਾਡੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ, ਉਹ ਮੁੱਖ ਮੰਤਰੀ ਸੀਗੇ, ਜਿਹੜੇ ਬਾਅਦ 'ਚ ਕਹਿੰਦੇ ਸੀਗੇ ਵੀ 40 ਲੀਡਰ ਮੇਰੇ ਐਸੇ ਨੇ ਜਿਹੜੇ ਰੇਤਾ ਦਾ ਕੰਮ ਵੀ ਕਰਦੇ ਤੇ ਨਸ਼ੇ ਦਾ ਕੰਮ ਕਰਦੇ, ਕਿ ਉਹਨਾਂ ਨੇ ਇੱਕ ਬੰਦੇ ਦਾ ਨਾਮ ਨਹੀਂ ਦੱਸਿਆ ਵੀ ਕੌਣ ਸੀਗਾ ਉਹ। ਤੇ ਇਹਦਾ ਮਤਲਬ ਵੀ ਤੁਹਾਨੂੰ ਉਹਦੇ ਨਾਲ ਕੋਈ ਪਿਆਰ ਨਹੀਂ ਹੈ, ਪੰਜਾਬ ਨਾਲ ਤੁਹਾਨੂੰ ਆਪਣੀ ਕੁਰਸੀ ਨਾਲ ਪਿਆਰ ਹੈ ਵੀ ਮੈਨੂੰ ਆਪਣੀ ਕੁਰਸੀ ਮਿਲਣੀ ਚਾਹੀਦੀ, ਮੈਂ ਮਹਾਰਾਜਾ ਵਾਂ ਤੇ ਮੈਨੂੰ ਮਹਾਰਾਜਾ ਵਾਂਗੂ ਰਹਿਣ ਦਿਓ। ਹੁਣ ਤੁਸੀਂ ਦੇਖੋ, ਇਹਨਾਂ ਨੇ ਨਾ ਕੋਈ ਟੈਂਡਰ ਕੱਢਿਆ, ਨਾ ਕੋਈ ਕਟੀਸ਼ਨ ਮੰਗੀ, ਤੇ ਸਮਾਨ ਇਹਨਾਂ ਨੇ ਖਰੀਦ ਲਿਆ ਤੇ ਪੈਸੇ ਵੀ ਜਿਹੜੇ ਨਾ ਸੈਲਫ ਚੈੱਕ ਭੁਗਤਾਨ ਕਰ ਲਏ। ਸੈਲਫ ਚੈੱਕ ਦਾ ਮਤਲਬ ਹੁੰਦਾ ਵੀ ਜੇ ਮੇਰਾ ਬੈਂਕ ਅਕਾਊਂਟ ਹੈ ਨਾ, ਮੈਂ ਸੈਲਫ ਦਾ ਚੈੱਕ ਭਰ ਲਵਾਂ ਤੇ ਮੈਂ ਆਪੇ ਪੈਸੇ ਕਢਾ ਲਿਆਵਾਂ। ਤੇ ਮੁੜ ਕੇ ਉਹ ਪੰਗਾ ਪੈ ਗਿਆ। ਹੁਣ ਰਿਪੋਰਟ ਦੇ ਬਾਅਦ ਦੇ ਵਿੱਚ ਉਹਨੂੰ ਸਰਕਾਰੀ ਅਧਿਕਾਰੀ ਜਿਹੜਿਆਂ ਗ੍ਰਾਂਟ ਭੇਜੀ, ਜਿਨ੍ਹਾਂ ਨੇ ਗ੍ਰਾਂਟ ਪਾਸ ਕੀਤੀ, ਜਿਨ੍ਹਾਂ ਨੇ ਸਰਪੰਚਾਂ ਤੇ ਚੈਕਿੰਗ ਕਰਨੀ ਸੀ, ਉਹਨਾਂ ਦੀ ਕਾਰਜਪ੍ਰਣਾਲੀ ਤੇ ਵੀ ਸਵਾਲ ਜਾਂ ਨਿਸ਼ਾਨ ਲੱਗ ਗਿਆ ਜੀ। ਦੇਖੋ ਨਾ, ਰਿਸ਼ਵਤ ਜੜ੍ਹਾਂ ਤੱਕ ਫੈਲ ਚੁੱਕੀ ਹੈ। ਇਹ ਕਹਿੰਦੇ ਨੇ ਵੀ ਟਾਪ ਟੂ ਬਾਟਮ ਸ਼ੁਰੂ ਹੁੰਦਾ ਕੰਮ, ਉੱਤੋਂ ਥੱਲੇ ਰਿਸ਼ਵਤ ਹੈ। ਤੇ ਇਹ ਕਿਸ ਤਰ੍ਹਾਂ? ਤੇ ਹੁਣ 19 ਪੰਚਾਇਤ ਸਮਿਤੀਆਂ ਨੇ, 117 ਪਿੰਡ ਪੰਚਾਇਤਾਂ ਜਿਨ੍ਹਾਂ ਨੇ 3.5 ਕਰੋੜ 65 ਲੱਖ ਰੁਪਏ ਬਿਨਾਂ ਵਜ੍ਹਾ ਹੀ ਖਰਚ ਕਰਤੇ। ਰੇਤ ਆਈ, ਬਜਰੀ ਆਈ, ਟੈਲਾਂ ਆਈਆਂ, ਹੋਰ ਸਮਾਨ ਆਇਆ, ਬਿਨਾਂ ਟੈਂਡਰਾਂ ਤੋਂ ਖਰੀਦ ਲਿਆ ਗਿਆ। ਹੁਣ 99 ਪੰਚਾਇਤਾਂ ਐਸੀਆਂ ਜਿਨ੍ਹਾਂ ਦੇ ਇੱਕ ਤੋਂ ਵੱਧ ਖਾਤੇ ਨੇ। ਹੁਣ ਜਦੋਂ ਇਹ ਜਾਂਚ ਪੂਰੇ ਪੰਜਾਬ ਦੀ ਹੋਈ, 12,000 ਕਿੰਨੇ ਪਿੰਡ ਆ
ਤੇ ਇਹਦੇ 750 ਦੀ ਜਾਂਚ ਹੋਈ ਹੈ ਤੇ ਜਦੋਂ 12000 ਦੀ ਜਾਂਚ ਹੋਣ ਲੱਗ ਪਈ ਤੇ ਮਾਨ ਸਰਕਾਰ ਤੇ ਇਹੋ ਕੁਝ ਕਰਾਂਦੀ ਰਹੂਗੀ ਤੇ ਤੁਸੀਂ ਦੇਖ ਲਓ ਵੀ ਠੀਕ ਕੰਮ ਤੇ ਵੈਸੇ ਠੀਕ ਹੋ ਰਿਹਾ ਹੈ। ਅਸੀਂ ਕਹਿੰਦੇ ਵੀ ਸਰਕਾਰ ਸਿਰਫ ਵਿਜੀਲੈਂਸ ਦੇ ਆਲੇ ਦੁਆਲੇ ਚੱਲ ਰਹੀ ਹੈ ਵੀ ਵਿਜੀਲੈਂਸ ਹੈ ਇੱਕ ਡਿਪਾਰਟਮੈਂਟ ਜਿਹੜਾ ਕੰਮ ਕਰ ਰਿਹਾ, ਬਾਕੀ ਰੈਵਨਿਊ ਡਿਪਾਰਟਮੈਂਟ, ਕਾਰਪੋਰੇਸ਼ਨ, ਇੰਪਰੂਵਮੈਂਟ ਟਰਸਟ, ਕੋਈ ਡਿਪਾਰਟਮੈਂਟ ਲੈ ਲਓ ਉੱਥੇ ਇਹ ਮਾਲ ਚੱਲ ਰਿਹਾ ਹੈ ਤਰੀਕੇ ਨਾਲ। ਭੰਡਾਰੀ ਸਾਹਿਬ ਸਾਧੂ ਸਿੰਘ ਧਰਮਸਰੋਤ ਜੀ। ਜਿਨ੍ਹਾਂ ਨੂੰ ਕਿ ਅੱਜ ਜੇਲ੍ਹ ਭੇਜ ਦਿੱਤਾ ਗਿਆ। ਹਾਂ, ਸਾਧੂ ਸਿੰਘ ਧਰਮਸੋਤ ਜੀ ਸਾਡੇ ਮਾਨਯੋਗ ਮੰਤਰੀ ਸਾਹਿਬ ਸੀਗੇ। ਦੇਖੋ ਸਰਕਾਰੀ ਸੁਵਿਧਾਵਾਂ ਲਈਆਂ, ਕਈ ਜਗ੍ਹਾ ਇਹਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਹੋਣੀ, ਕਈ ਫੀਤੇ ਵੀ ਕੱਟੇ ਹੋਣੇ ਇਹਨਾਂ ਨੇ ਜਾ ਕੇ। ਪਹਿਲੇ ਵਿਜੀਲੈਂਸ ਨੇ ਫੜਿਆ ਇਹਨਾਂ ਨੂੰ ਵੀ 500 ਰੁਪਇਆ ਦਰਖਤ ਦਾ ਲੈਂਦੇ ਸੀ ਇੱਕ ਕਟਾਉਣ ਦਾ, ਮਨਜ਼ੂਰੀ ਦੇਣ ਦੇ ਪੈਸੇ ਦੱਸੋ ਯਾਰ। ਇੱਕ ਦਰਖਤ ਬੰਦਿਆਂ ਕਿੱਡਾ ਸਮਾਂ ਲੱਗਦਾ, ਤੁਸੀਂ ਦੇਖੋ ਰੱਬ ਨੂੰ ਜਾਨ ਦੇਣੀ ਕਿ ਨਹੀਂ ਦੇਣੀ। ਫਿਰ ਇੱਕ ਦਰਖਤ ਆਕਸੀਜਨ ਕਿੰਨੀ ਦਿੰਦਾ। ਚਲੋ ਉੱਥੋਂ ਛੁਟਕਾਰਾ ਆਇਆ ਤੇ ਹੁਣ ਵਿਜੀਲੈਂਸ ਨੇ ਫੜ ਲਿਆ ਨਾ ਵੀ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਵੀ ਆਮਦਨ ਤੇ ਤੁਹਾਡੀ 2.5 ਕਰੋੜ ਹੈ, ਖਰਚਾ ਤੁਹਾਡਾ 8.5 ਕਰੋੜ ਹੈ ਪੈਕਟ ਤੋਂ ਆਏ। ਤੇ ਹੁਣ 3 ਦਿਨ ਦਾ ਰਿਮਾਂਡ ਸੀਗਾ, ਬਈ ਗੱਲਾਂ ਬਾਤਾਂ ਪੁੱਛੀਆਂ ਉਹਨਾਂ ਕੋਲੋਂ ਵੀ ਸਾਧੂ ਸਿੰਘ ਜੀ ਉਹ ਦੱਸੋ, ਉਹ ਵੀ ਕਹਿੰਦੇ ਯਾਰ ਮੇਰਾ ਖੜਾ ਛੱਡ ਦਿਓ, ਮੇਰੇ ਕੋਲ ਜੋ ਹੋਇਆ ਲੈ ਲਓ, ਮੇਰਾ ਖੜਾ ਛੱਡੋ, ਮੈਨੂੰ ਹੁਣ ਜੀਣ ਦਿਓ, ਕਿਉਂਕਿ ਅਜੇ ਇਹਨਾਂ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਵੀ ਜਿਹੜਾ ਉਹ ਆ ਰਿਹਾ ਵੀ ਕਦੋਂ ਉਹਦੀ ਵੀ ਜਾਂਚ ਕਦੀ ਵੀ ਹੋ ਸਕਦੀ ਹੈ। ਹੁਣ ਦੇਖੋ ਸਾਡੇ ਲੀਡਰ, ਮੈਂ ਫਿਰ ਕਹਿੰਦਾ ਵੀ ਲੀਡਰ ਜਿਨ੍ਹਾਂ ਦੇ ਹੱਥ ਅਸੀਂ ਜਿਨ੍ਹਾਂ ਨੂੰ ਵੋਟ ਪਾਏ, ਆਪਣਾ ਭਵਿੱਖ ਸੌਂਪਤਾ ਉਹਨਾਂ ਨੂੰ ਵੀ ਤੁਸੀਂ ਸਾਡੇ ਲਈ ਨੀਤੀਆਂ ਬਣਾਉਣੀਆਂ, ਪਰ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਕਿਹੜਾ ਲੀਡਰ ਹੈ ਜਿਹਦੀ ਇਸ ਵੇਲੇ ਕਰੋੜਾਂ ਰੁਪਏ ਦੀ ਕੁਛ ਨੂੰ ਛੱਡਦੀ ਹੈ, ਕੁਛ ਨੂੰ ਛੱਡਦੀ ਹੈ। ਇਹ ਨਹੀਂ, ਇਮਾਨਦਾਰੀ ਬਿਲਕੁਲ ਖਤਮ ਨਹੀਂ ਹੋਈ ਹੈ। ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਵਰਗੇ ਇਮਾਨਦਾਰ ਹੈਗੇ ਹੈ, ਹੋਰ ਵੀ ਬਹੁਤ ਸਾਰੇ ਮੇਰੇ ਜਾਣਕਾਰ ਲੀਡਰ ਹੈ। ਮਤਲਬ ਪ੍ਰੋਫੈਸਰ ਦਬਾਈਲਾ ਨਾਲ ਕਈ ਵਾਰੀ ਗੱਲ ਹੁੰਦੀ ਹੈ, ਕਹਿੰਦੇ ਯਾਰ ਅਸੀਂ ਤੇ ਮਤਲਬ ਭੁਲੇਖੇ ਜੀ ਰਹਿ ਗਏ ਉਦੋਂ। ਮਤਲਬ ਬਹੁਤ ਸਾਰੇ ਐਸੇ ਲੀਡਰ ਹੈ ਜਿਨ੍ਹਾਂ ਨੇ, ਪੰਡਤ ਫਕੀਰ ਚੰਦ ਹੁੰਦੇ ਸੀਗੇ ਇੱਥੇ ਅੰਮ੍ਰਿਤਸਰ, ਜਿਨ੍ਹਾਂ ਨੇ ਵਾਕਈ ਸੇਵਾ ਕੀਤੀ ਹੈ, ਬਹੁਤ ਸਾਰੇ ਲੋਕ ਨੇ। ਤੇ ਇਸ ਕਰਕੇ ਲੋਕਾਂ ਨੂੰ ਅਸੀਂ ਤੇ ਬਾਰ-ਬਾਰ ਇਹ ਕਹਿੰਦੇ ਹਾਂ ਵੀ ਜਿੰਨਾ ਚਿਰ ਲੋਕ ਜਾਗਰੂਕ ਨਹੀਂ ਹੋਣਗੇ, ਲੋਕ ਇਹਨਾਂ ਨੂੰ ਪੁੱਛਣਗੇ ਨਹੀਂ ਵੀ ਤੁਸੀਂ ਕੀਤਾ ਕੀ, ਉਹਨਾਂ ਚਿਰ ਸੁਧਾਰ ਕਿਵੇਂ ਹੋਏਗਾ। ਇਸ ਕਰਕੇ ਜਨਤਾ ਨੂੰ ਆਪਣੀ ਤਾਕਤ ਪਛਾਣਨੀ ਚਾਹੀਦੀ ਹੈ, ਕਿਉਂਕਿ ਜਨਤਾ ਨੂੰ ਸਿਰਫ ਵੋਟ ਵਾਸਤੇ ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਹਰ 5 ਸਾਲ ਬਾਅਦ ਆਉਂਦੇ ਆ, ਰਾਜ ਸੇਵਾਦਾਰ ਹਾਂ ਅਸੀਂ ਤੇ ਵਿਕਾਸ ਕਰਾਂਗੇ। ਨਾਲੀਆਂ ਗਲੀਆਂ ਚੋਂ ਬਾਹਰ ਨਿਕਲੋ, ਵੇਖੋ ਕਿੱਦਾਂ ਬੱਚੇ ਬਾਹਰ ਜਾਈ ਜਾ ਰਹੇ ਆ, ਤੁਸੀਂ ਇੱਧਰ ਕੁਝ ਧਿਆਨ ਦਿਓ। ਨਹੀਂ ਤੇ ਇਹਨਾਂ ਨੇ ਦੇਖੋ ਕੁਛ ਨਹੀਂ ਲਾਣਾ, ਇਹਨਾਂ ਦੇ ਮਹਿਲ ਵੀ ਇਹਨਾਂ ਦੇ, ਮਨਾਰਾਂ ਵੀ ਇਹਨਾਂ ਦੀਆਂ, ਬੱਚੇ ਇਹਨਾਂ ਦੇ ਬਾਹਰ ਸੈਟਲ ਨੇ, ਵੱਡੇ ਇਹਨਾਂ ਦੇ ਹੋਟਲ ਆ, ਸਾਰੇ ਕਾਰੋਬਾਰ ਇਹਨਾਂ ਦੇ। ਤੇ ਹੁਣ ਜਨਤਾ ਹੀ ਹੈ ਵੀ ਜਿਹੜੀ ਇਹਨਾਂ ਨੂੰ ਸਬਕ ਸਿਖਾਏ, ਵਰਨਾ ਤੇ ਰੱਬ ਹੀ ਰੱਖੇ। ਇਹ ਸਨ ਦੀਪਕ ਭੰਡਾਰੀ ਜਿਨ੍ਹਾਂ ਨਾਲ ਅਸੀਂ ਅੱਜ ਦੇ ਮੁੱਦਿਆਂ ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।